अगर मुख्यमंत्री ਤੁਹਾਨੂੰ 2 ਮਹੀਨੇ ਲਈ ਬਣਾਇਆ ਜਾਂਦਾ ਤਾਂ ਕਿੰਨਾ ਕੁ ਬਦਲਾਵ ਹੁੰਦਾ? मैं मिट्टी, मेरी जात भी मिट्टी ते मेरा बाबल मिट्टी खाना, माँ मेरी ने मिट्टी जमी, ना रखिया मर जाना। ਤੁਸੀਂ ਇਹ ਸੋਹਣੀਆਂ ਗੱਲਾਂ ਕਰ ਰਹੇ ਜੇ, ਤੁਹਾਡੇ ਤੇ ਆਪਣੇ ਤੁਹਾਡੇ ਤੋਂ ਡਰਨ ਲੱਗ ਪਏ ਨੇ। ਚੋਰ ਸਿੰਘ ਸਿੱਧੂ ਤੇ ਗਲਤ ਗੱਲਾਂ ਕਰਨ ਲੱਗ ਪਿਆ। ਇਹ ਕਾਂਗਰਸ ਦੇ ਦਾਇਰੇ ਤੋਂ ਬਾਹਰ ਜਾ ਕੇ, ਇਹ ਕਾਂਗਰਸ ਦੇ ਦਾਇਰੇ ਤੋਂ ਬਾਹਰ ਦੀਆਂ ਗੱਲਾਂ ਕਰਦੇ। ਪਹਿਲਾਂ ਤਾਂ ਪੰਜਾਬ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਕਠਪੁਤਲੀ ਨੱਚਦੀ ਹੈ, ਉਹਨੂੰ ਨਚਾਉਂਦਾ ਕੌਣ ਹੈ। ਇਹ ਰਲ ਮਿਲ ਕੇ ਹੁਣ ਤੇਰੀ ਵਾਰੀ ਤੇ ਹੁਣ ਮੇਰੀ ਵਾਰੀ ਇਹ ਫਾਸ਼ ਹੋ ਗਿਆ। ਲੋਕਾਂ ਨੂੰ ਇਹ ਪਤਾ ਵੀ ਠੇਕੇਦਾਰ ਕੌਣ ਨੇ। ਕਰਪਸ਼ਨ ਆਰਟ ਹੈ, ਨਹੀਂ ਤੇ ਕੋਈ ਤਹਿਸੀਲਦਾਰ 100 ਰੁਪਏ ਲੈਂਦਾ ਫੜਿਆ ਜਾਂਦਾ। ਇਹ ਦੇਖ ਲਓ ਤੁਸੀਂ ਕਿ 25 ਸਾਲ ਹੋ ਗਏ ਬਾਦਲਾਂ ਨੂੰ ਰਾਜ ਕਰਦਿਆਂ ਨੂੰ, ਅੱਜ ਤਾਈਂ ਫੜੇ ਗਏ ਆ। ਦਾ ਸਮਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤਪਿਨ ਮਲਹੋਤਰਾ। ਸਿਆਸੀ ਮਾਹੌਲ ਦੇ ਵਿੱਚ ਅੱਜ ਨਵੇਂ ਪੰਜਾਬ ਦੀ ਗੱਲ ਹੋ ਰਹੀ ਹੈ। 5 ਦਰਿਆ ਦੀ ਧਰਤੀ ਜਿਹੜੀ ਨਸ਼ਿਆਂ ਦੇ ਵਿੱਚ ਵਗੀ, ਉਸ ਤੋਂ ਬਾਅਦ ਹਰੀ ਕ੍ਰਾਂਤੀ ਲਿਆਉਣ ਵਾਲਾ ਸੂਬਾ ਜਿਹੜਾ ਉਹ ਬੇਰੋਜ਼ਗਾਰੀ ਨਾਲ ਝੂਝਦਾ ਨਜ਼ਰ ਆਇਆ। ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨੇ ਜਿੱਤੇਗਾ ਪੰਜਾਬ। ਆਖਰ ਪੰਜਾਬ ਹਾਰਿਆ ਕਿਉਂ ਸੀ, ਕੀ ਕਾਰਨ ਸੀਗੇ ਕਿ ਨਵਜੋਤ ਸਿੰਘ ਸਿੱਧੂ ਵੀ ਹੁਣ ਕਹਿ ਰਹੇ ਨੇ ਜਿੱਤੇਗਾ ਪੰਜਾਬ। ਇਸ ਵਕਤ ਸਾਡੇ ਨਾਲ ਸਾਡੇ ਸੀਨੀਅਰ ਐਡੀਟਰ ਤਰਲੋਚਨ ਸਿੰਘ ਜੀ ਵੀ ਨਾਲ ਨੇ ਤੇ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਸਿੱਧੂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦਾ ਸਮਰ ਨਿਊਜ਼ ਤੇ। ਰੈਸੀਪ੍ਰੋਕਲ ਫੀਲਿੰਗ ਮਹਾਰਾਜ, ਮੈਨੂੰ ਵੀ ਬਹੁਤ ਆਹਲਾਦਿਤ ਹਾਂ। ਮੈਂ ਭਾਜੀ ਨੂੰ ਬੜੇ ਪੁਰਾਣੇ ਅਰਸੇ ਤੋਂ ਜਾਣਦਾ। ਇਹਨਾਂ ਦੇ ਅਹਿਸਾਨ ਨੇ ਮੇਰੇ ਤੇ, ਇਹਨਾਂ ਨੇ ਕੁਝ ਅੱਛੀਆਂ ਚੀਜ਼ਾਂ ਮੇਰੇ ਲਈ ਕਹੀਆਂ ਤੇ ਮੈਂ ਉਹ ਅੱਜ ਤੱਕ ਨਹੀਂ ਭੁੱਲਿਆ। ਮਾਂ ਕਹਿੰਦੀ ਹੁੰਦੀ ਸੀ ਕਿ ਗੁਰੂ ਦੇ ਦਰ ਤੇ ਜਾਈ, ਕੋਈ ਗੁਨਾਹ ਬਖਸ਼ਾਈ, ਲੇਕਿਨ ਅਹਿਸਾਨ ਫਰਾਮੋਸ਼ ਬਣ ਕੇ ਨਾ ਜਾਈ, ਕਿਉਂਕਿ ਅਹਿਸਾਨ ਫਰਾਮੋਸ਼ ਬੰਦੇ ਦਾ ਬੋਝ ਧਰਤੀ ਚੁੱਕਦੀ ਨਹੀਂ। ਇਸ ਕਰਕੇ ਮੇਰੇ ਮਨ ਦੇ ਵਿੱਚ ਭਾਜੀ ਦੇ ਲਈ ਬਹੁਤ ਸਤਿਕਾਰ ਹੈ, ਬਹੁਤ ਇੱਜ਼ਤ। ਧੰਨਵਾਦ ਸਰ, ਧੰਨਵਾਦ। ਤੇ ਅਗਰ ਗੱਲ ਕਰੀਏ, ਸ਼ੁਰੂਆਤ ਕਰੀਏ, ਹਾਰਿਆ ਕਿਉਂ ਸੀ ਪੰਜਾਬ? ਅੱਜ ਪੰਜਾਬ ਦੇ ਇਸ ਤਰ੍ਹਾਂ ਦੇ ਹਾਲਾਤ ਕਿਉਂ ਹੋਏ? ਤੁਸੀਂ ਕਿਉਂ ਕਹਿੰਦੇ ਹੋ ਜਿੱਤੇਗਾ ਪੰਜਾਬ? ਕਿਸ ਤਰ੍ਹਾਂ ਜਿੱਤੇਗਾ ਪੰਜਾਬ? ਨਵਜੋਤ ਸਿੰਘ ਸਿੱਧੂ ਕੀ ਵਿਜ਼ਨ ਲੈ ਕੇ ਆ ਰਹੇ ਨੇ ਕਿ ਗੱਲ ਦੱਸਣਾ ਚਾਹੁੰਦੇ ਨੇ ਲੋਕਾਂ ਨੂੰ? ਹਾਰਿਆ ਨਹੀਂ ਪੰਜਾਬ ਕਦੇ ਵੀ, ਬੇਹਾਲ ਹੋਇਆ। ਹੌਲੀ ਹੌਲੀ ਕਰਕੇ ਨਿੱਜੀ ਸਵਾਰਥਾਂ ਦੀ ਪੂਰਤੀ ਨੇ, ਭੁੱਖ ਨੇ, ਮੈਂ ਕਹਿੰਦਾ ਉਹਨਾਂ ਭੁੱਖਾ ਰਾਜਦਾ, ਭੁੱਖੜ ਨਹੀਂ ਰਾਜਦਾ, ਲਾਲਚ ਨੇ, ਧੰਦੇ ਨੇ, ਰਾਜਨੀਤੀ ਨੂੰ ਲੋਕਾਂ ਦੀ ਬਿਹਤਰੀ ਦਾ ਜ਼ਰੀਆ ਬਣਾਉਣ ਦੇ ਬਜਾਏ ਇੱਕ ਤਜਾਰਤ ਤੇ ਵਪਾਰ ਬਣਾ ਕੇ ਰੱਖਤਾ। ਉਸ ਵਪਾਰ ਨੇ 25 ਸਾਲਾਂ ਦੇ ਵਿੱਚ ਇੱਕ ਐਸਾ ਸਿਸਟਮ ਸਿਰਜਿਆ ਜਿਹੜਾ ਸਿਸਟਮ ਸਿਰਫ 50-60 ਪਰਿਵਾਰਾਂ ਦੇ ਪਾਵੇ ਦੇ ਨਾਲ ਸਾਰੀ ਸੱਤਾ ਨੂੰ ਬੰਨ੍ਹ ਕੇ ਸਾਰਾ ਸਟੇਟ ਦਾ ਜਿੰਨਾ ਵੀ ਰਿਸੋਰਸ ਸੀ ਉਹਦਾ ਪੈਸਾ ਕਮਾਉਂਦਾ ਗਿਆ ਔਰ ਆਮ ਲੋਕਾਂ ਦੇ ਸਿਰ ਕਰਜ਼ਾ ਚੜਾਉਂਦਾ ਰਿਹਾ। ਆਮ ਲੋਕ ਇਨਡਾਇਰੈਕਟ ਟੈਕਸ ਅੱਜ 55,000 ਕਰੋੜ ਰੁਪਏ ਦਿੰਦੇ ਆ। ਉਹ ਸੋਚਦੇ ਕਿਤੇ ਸਰਕਾਰ ਦੇ ਉੱਤੇ ਕਰਜ਼ਾ ਹੈ, ਸਰਕਾਰ ਮੋੜੂਗੀ, ਬਿਲਕੁਲ ਨਹੀਂ। ਉਹ ਟੋਲ ਟੈਕਸ ਦੇ ਉੱਤੇ ਟੈਕਸ ਦੇ ਰਿਹਾ, ਉਹ ਪੈਟਰੋਲ ਡੀਜ਼ਲ ਤੇ ਟੈਕਸ ਦੇ ਰਿਹਾ ਇਨਡਾਇਰੈਕਟ, ਲੂਣ ਤੇਲ ਤੇ, ਮਿਰਚਾਂ ਤੇ, ਦਾਲਾਂ ਤੇ, ਹਰ ਚੀਜ਼ ਤੇ ਟੈਕਸ ਦੇ ਰਿਹਾ ਤੇ ਅਮੀਰ ਆਦਮੀ 225 ਕਰੋੜ ਰੁਪਏ ਦਾ ਡਾਇਰੈਕਟ ਟੈਕਸ ਦੇ ਰਿਹਾ। ਇਸ ਕਰਕੇ ਪੰਜਾਬ ਕਰਜ਼ੇ ਥੱਲੇ ਦਬ ਗਿਆ। ਇਟ ਇਜ਼ ਦੀ ਮੋਸਟ ਇੰਡੈਟਡ ਸਟੇਟ। 1,40,000 ਕਰੋੜ ਦੇ ਖਰਚਿਆਂ ਦੇ ਵਿੱਚੋਂ 70-75,000 ਕਰੋੜ ਰੁਪਈਆ ਮੰਗ ਕੇ ਖਾਂਦੇ ਆ, ਬੋਰੋਇੰਗ ਹੈ। 25,000 ਕਰੋੜ ਉਹਦਾ ਸੂਦ ਲੌਟਾਉਂਦੇ ਆ। 18,000 ਕਰੋੜ GST ਦੀ ਕੰਪਨਸੇਸ਼ਨ ਮੁੱਕ ਜਾਣੀ ਹੈ। ਜਿਹਦੀ ਕੋਠੀ ਦਾਣੇ ਮਿੱਤਰਾ, ਉਹਦੇ ਕਮਲੇ ਵੀ ਸਿਆਣੇ। ਤੇ ਕਿੱਥੇ ਨੇ ਦਾਣੇ ਤੇ ਕਿੱਥੇ ਨੇ ਪੰਜਾਬ ਦਾ, ਕਿੱਥੇ ਹੈ ਪੰਜਾਬ ਦਾ ਖਜ਼ਾਨਾ ਅੱਜ, ਤੇ ਕਿੱਥੇ ਹੈ ਪੰਜਾਬ ਦੇ ਰਿਸੋਰਸਾਂ ਦੀ ਦੇਖਭਾਲ? ਅਸੀਂ ਇੱਕ ਸਿਸਟਮ ਬਲੈਕ ਮਨੀ ਵਾਲਾ, ਹਰਾਮ ਦੇ ਪੈਸੇ ਵਾਲਾ ਐਸਾ ਸਿਰਜ ਲਿਆ ਹੈ ਕਿ ਜਿਹਦੇ ਵਿੱਚ ਅਸੀਂ ਸਰਕਾਰ ਦੇ ਮਨ ਨੂੰ ਆਊਟਸੋਰਸ ਕਰ ਦਿੱਤਾ ਹੈ ਤੇ ਸਰਕਾਰ ਦੀ ਇਕਨੋਮੀ ਨੂੰ ਠੇਕੇਦਾਰੀ ਸਿਸਟਮ ਦੇ ਲੜ ਲਾ ਦਿੱਤਾ ਹੈ। ਅਸੀਂ ਵੇਚ ਦਿੱਤੀ ਹੈ ਸਰਕਾਰ। ਸਿੱਧੂ ਸਾਹਿਬ ਤੁਸੀਂ ਤਪਨ ਨੂੰ ਕਿਹਾ ਵੀ ਹਾਰਿਆ ਨਹੀਂ ਪੰਜਾਬ, ਸਿਆਸਤ ਧੰਦਾ ਬਣ ਗਈ ਜੀ, ਪੰਜਾਬ ਕਰਜ਼ਾਈ ਹੋ ਗਿਆ ਜੀ। ਤੇ ਜੇ ਉਹ ਧੰਦਾ ਕਰਨ ਵਾਲੇ ਜਿਹੜੇ ਨੇ ਸਿਆਸਤਦਾਨ, ਸਾਰੇ ਨਾ ਕਹਿ ਲਈਏ 95% ਕਹਿ ਲਈਏ, 90% ਕਹਿ ਲਈਏ, ਤੇ ਨਵਜੋਤ ਸਿੱਧੂ ਦਾ ਜਿਹੜਾ ਪੰਜਾਬ ਮਾਡਲ ਹੈ, ਜਿਹੜਾ ਕਹਿੰਦਾ ਧੰਦੇ ਨੂੰ ਖਤਮ ਕਰਨਾ, ਨਵਜੋਤ ਸਿੱਧੂ ਇੰਨਾ ਵੱਡਾ ਜਿਹੜਾ ਧੰਦਾ ਚੱਲ ਰਿਹਾ ਕਈ ਸਾਲਾਂ ਦਾ, ਦਹਾਕਿਆਂ ਤੋਂ ਚੱਲ ਰਿਹਾ, ਕਿਵੇਂ ਦੂਰ ਕਰ ਦੇਗਾ? ਮੈਂ ਕਹਿੰਦਾ 17 ਸਾਲ ਹੋ ਗਏ ਲੜਦੇ। ਅੱਜ ਪੰਜਾਬ ਅਵੇਅਰ ਹੈ। ਪਹਿਲਾਂ ਤਾਂ ਪੰਜਾਬ ਨੂੰ ਪਤਾ ਹੀ ਨਹੀਂ ਸੀ ਲੱਗਦਾ
ਵੀ ਕਠਪੁਤਲੀ ਨੱਚਦੀ ਹੈ, ਉਹਨੂੰ ਨਚਾਉਂਦਾ ਕੌਣ ਹੈ, ਪਿੱਛੇ ਤੁਣਕੇ ਕੌਣ ਮਾਰਦਾ ਹੈ? ਇਹ ਠੇਕੇਦਾਰਾਂ ਦੇ ਪਿੱਛੇ, ਕੁੱਕ ਦੇ ਪਿੱਛੇ, ਫਲਾਣੇ ਦੇ ਪਿੱਛੇ ਇਹ ਖੜਾ ਪੈਸੇ ਖਾਂਦਾ ਕੌਣ ਹੈ? ਇਹ ਕਿਸੇ ਨੂੰ ਪਤਾ ਸੀ? ਗੁੰਮਨਾਮ ਹੈ ਕੋਈ, ਅਣਜਾਨ ਹੈ ਕੋਈ, ਇਹੀ ਗਾਣਾ ਆਉਂਦਾ ਸੀ। ਇਹ ਪਰਦੇ ਫਾਸ਼ ਹੋ ਗਏ, ਇਹ ਪਰਦੇ ਫਾਸ਼ ਹੋ ਗਏ, 75-25 ਫਾਸ਼ ਹੋ ਗਈ। ਇਹ ਰਲ ਮਿਲ ਕੇ ਹੁਣ ਤੇਰੀ ਵਾਰੀ ਤੇ ਹੁਣ ਮੇਰੀ ਵਾਰੀ, ਇਹ ਫਾਸ਼ ਹੋ ਗਿਆ। ਲੋਕਾਂ ਨੂੰ ਇਹ ਪਤਾ ਵੀ ਠੇਕੇਦਾਰ ਕੌਣ ਨੇ, ਲੋਕਾਂ ਨੂੰ ਇਹ ਪਤਾ ਵੀ ਠੇਕੇਦਾਰ ਚਲਾਉਂਦਾ ਕੌਣ ਹੈ, ਲੋਕਾਂ ਨੂੰ ਇਹ ਪਤਾ ਵੀ ਚੋਰ ਕੌਣ ਹੈ ਤੇ ਚੋਰ ਦੀ ਮਾਂ ਕੌਣ ਹੈ, ਸਭ ਪਤਾ ਲੋਕਾਂ ਨੂੰ। ਲੋਕਾਂ ਨੂੰ ਇਹ ਪਤਾ ਵੀ 2 ਬੱਸਾਂ ਤੋਂ 4000 ਕਿਹਦੀਆਂ ਹੋਣੀਆਂ, ਲੋਕਾਂ ਨੂੰ ਇਹ ਪਤਾ ਵੀ 5 ਸਟਾਰ ਹੋਟਲ ਕਿਹਦੇ ਬਣਦੇ ਆ ਜਦੋਂ ਸਰਕਾਰ ਆਉਂਦੀ ਹੈ। ਲੋਕਾਂ ਨੂੰ ਇਹ ਸਾਰੇ ਇਲਮ ਨੇ ਅੱਜ। ਇਸ ਕਰਕੇ ਅੱਜ ਉਸ ਅਵੇਅਰਨੈਸ ਦੇ ਦੌਰ ਦੇ ਵਿੱਚ ਅਗਰ ਪੰਜਾਬ ਨੂੰ ਇਹ ਰੋਡ ਮੈਪ ਦਿੱਤਾ ਜਾਵੇ ਕਿ ਮਾਫੀਆ ਨਕਸ਼ੇ ਤੋਂ ਮਿਟਾਊਂ, ਮਾਫੀਏ ਦਾ ਪੈਸਾ 30-32 ਹਜ਼ਾਰ ਕਰੋੜ ਰੁਪਈਆ ਲਿਆਉਂ ਔਰ ਉਹਦੇ 'ਚ ਟੈਕਸਾਂ ਦੀ ਕੰਪਲਾਇੰਸ ਮਿਲਾ ਕੇ ਉਹਨੂੰ ਸੈਂਟਰ ਦੀਆਂ ਸਕੀਮਾਂ ਭਰਾ ਕੇ ਡਬਲ ਕਰਾਉਂ, 1 ਲੱਖ ਕਰੋੜ ਰੁਪਈਆ ਸਟੇਟ ਦੇ ਖਜ਼ਾਨੇ 'ਚ ਪਾਉਂ ਤੇ ਉਹ ਸਟੇਟ ਜਿਹੜਾ ਮੰਗ ਕੇ ਚੱਲਦਾ ਕਰਜ਼ਾ ਲਿਆ ਤੇ ਕਰਜ਼ਾ ਮੋੜਿਆ, ਇੰਟਰਸਟ ਦੇ ਉੱਤੇ ਕਰਜ਼ੇ ਲੈ ਲੈ ਕੇ ਇੰਨਾ ਕੁ ਜ਼ਿਆਦਾ ਕਰਜ਼ਾਈ ਹੋ ਗਿਆ, ਉਹ ਸਟੇਟ ਦੁਬਾਰਾ ਪੁੱਠੀ ਰਾਹ ਤੇ ਤੁਰਿਆ, ਸਿੱਧੀ ਰਾਹ ਦੇ ਉੱਤੇ ਆ ਸਕਦਾ। ਮੈਂ ਦੱਸਦਾ ਕਿਵੇਂ। 2.5 ਤੋਂ 3 ਹਜ਼ਾਰ ਕਰੋੜ ਮਿਨੀਮਮ, 3 ਤੋਂ 5 ਵੀ ਲਾ ਸਕਦੇ ਹਾਂ ਆਪਾਂ, ਰੇਤੇ 'ਚੋਂ ਆ ਸਕਦਾ। ਬੜੀ ਸਿੰਪਲ, ਰੇਟ ਫਿਕਸ ਕਰੋ, ਰੇਤੇ ਦੇ ਰੇਟ ਫਿਕਸ ਕਰੋ। ਤੁਸੀਂ ਅੱਜ ਤੱਕ ਦੇਖਿਆ ਸ਼ਰਾਬ, ਪੈਨ, ਤੇਲ ਕਦੇ ਬਿਨਾਂ ਰੇਟ ਦੇ ਵਿਕਦਾ ਹੋਵੇ? ਦੱਸੋ ਜੀ, ਤੁਸੀਂ ਦੱਸੋ ਕੋਈ ਰੇਟ ਦੇ? ਕਹਿੰਦੇ ਤੁਹਾਡੇ ਰਾਜ 'ਚ 5 ਰੁਪਏ ਨਹੀਂ, ਮੈਨੂੰ ਇੱਕ ਗੱਲ ਦੱਸੋ, ਫੁੱਟ ਵਿਕ ਰਿਹਾ। ਮੇਰੀ ਇੱਕ ਗੱਲ ਨੂੰ ਬੜੇ ਧਿਆਨ ਨਾਲ ਸਮਝੋ। ਜਦੋਂ ਤੁਸੀਂ ਕਿਸੇ ਠੇਕੇਦਾਰ ਨੂੰ ਠੇਕਾ ਦੇਤਾ ਤੇ ਸਰਕਾਰ ਕਿਵੇਂ ਫਿਕਸ ਕਰ ਸਕਦੀ ਹੈ? ਜਵਾਬ ਦਿਓ। ਮੈਂ ਕਹਿੰਦਾ ਮੈਂ ਕਿਸੇ ਨੂੰ ਠੇਕਾ ਦੇਤਾ, ਅਖਤਿਆਰ ਉਹਨੂੰ ਦੇ ਦਿੱਤੇ, ਅਖਤਿਆਰ ਜਦੋਂ ਉਹਨੂੰ ਦੇਤੇ ਤੇ ਤੁਸੀਂ ਜੋ ਮਰਜ਼ੀ ਕਹੀ ਜਾਓ। ਫਿਰ ਪਰ ਉਹ ਕਹਿੰਦੇ ਕੰਡੀਸ਼ਨ ਲਾਤੀ ਦੇਖੋ, ਮੈਂ ਕਹਿੰਦਾ ਕਿਸ ਤਰ੍ਹਾਂ, ਮੇਰੀ ਗੱਲ ਨੂੰ ਸਮਝੋ। ਫਿਰ ਦੇਖੋ, ਮੇਰੀ ਗੱਲ ਨੂੰ ਸੁਣੋ। ਫਿਰ 3,500 ਕੀੜੀ ਰੇਤਾ ਨਹੀਂ ਮਿਲਣਾ ਚਾਹੀਦਾ? ਫਿਰ 4,000 ਦਾ ਦੂਜਾ ਰੇਤਾ ਨਹੀਂ ਮਿਲਣਾ ਚਾਹੀਦਾ? ਦੇਖੋ, ਗੱਲ ਨੂੰ ਸਮਝੋ ਕਿ ਫਿਰ ਤੇ ਰੇਤਾ ਬਿਲਕੁਲ ਹੀ ਥੱਲੇ ਆ ਗਿਆ। ਮੈਂ ਜਿਹੜੀ ਗੱਲ ਕਹਿਣਾ ਕਿ ਜਦ ਤੱਕ ਤੁਸੀਂ ਠੇਕੇਦਾਰੀ ਸਿਸਟਮ ਖਤਮ ਨਹੀਂ ਕਰੋਗੇ, ਜਦ ਤੱਕ ਤੁਸੀਂ ਜੜ ਨੂੰ ਨਹੀਂ ਵੱਢੋਗੇ, ਇਹ ਪਾਪ ਦਾ ਪੇੜ ਪਨਪਦਾ ਰਹੇਗਾ। ਗੱਲ ਨੂੰ ਸਮਝ ਲਓ। ਤੁਸੀਂ 3-4 ਚੀਜ਼ਾਂ ਕਰਨੀਆਂ ਹੈ। ਸਟੇਟ ਦੀ ਕਾਰਪੋਰੇਸ਼ਨ ਬਣਾਓ, ਇਹ ਖਨਨ ਜਿਹੜਾ ਹੈ ਇਹ ਸਟੇਟ ਦਾ ਰਤਨ ਹੈ। ਸਟੇਟ ਦੀ ਕਾਰਪੋਰੇਸ਼ਨ ਬਣਾਓ, ਸਟਾਕ ਯਾਰਡ ਬਣਾਓ ਔਰ ਤੁਸੀਂ ਆਨਲਾਈਨ ਬੁਕਿੰਗ ਸ਼ੁਰੂ ਕਰਾਓ। 70,000 ਲੋਕਾਂ ਨੂੰ ਨੌਕਰੀ ਦਿਓ। ਜੜਾ ਟਰੱਕ ਬਗੈਰ ਰੇਟ ਦੇ ਆਏਗਾ, ਉਹ 25,000 ਦੇ ਰੇਤੇ ਪਿੱਛੇ 1 ਕਰੋੜ ਦਾ ਟਰੱਕ ਇੰਪਾਊਂਡ ਨਹੀਂ ਕਰਾ ਸਕਦਾ। ਉਹਨੂੰ ਤੁਸੀਂ ਇੰਪਾਊਂਡ ਕਰੋ। ਰੇਟ ਜਦੋਂ ਫਿਕਸ ਕਰਤੇ, 170 ਸਾਲ ਦਾ ਸਾਡੇ ਕੋਲ ਸਪਲਾਈ ਪਈ ਹੈ ਤੇ ਵੋਲਿਊਮ ਵਧੇਗਾ। ਜਿਹੜੀ ਟਰਾਲੀ ਅੱਜ 5,000 ਨੂੰ ਮਿਲਦੀ ਹੈ, 10,000 ਨੂੰ ਮਿਲਦੀ ਰਹੀ ਤੇ 7,000 ਨੂੰ ਮਿਲਦੀ ਹੈ, 3,000 ਨੂੰ ਮਿਲਦੀ ਹੈ, ਉਹ ਟਰਾਲੀ ਜਦੋਂ 1,200 ਨੂੰ ਮਿਲਣ ਲੱਗੀ ਤੇ ਗਰੀਬ ਮਕਾਨ ਪਾਉਣ ਲੱਗ ਜਾਏਗਾ ਤੇ ਆਮ ਆਦਮੀ ਮਕਾਨ ਪਾਉਣ ਲੱਗ। ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦਿੰਦਾ ਇਸ ਚੋਰੀ ਦਾ। ਭਾਈ, ਰੇਤਾ ਸੀਮੈਂਟ ਨਾਲੋਂ ਮਹਿੰਗਾ ਹੈ। ਜੇ ਇੱਕ ਬੈਗ ਦਾ ਲਾਓ, ਤੁਸੀਂ ਇੱਕ ਬੈਗ ਲਾਓ ਨਾ, ਰੇਤਾ ਸੀਮੈਂਟ ਨਾਲੋਂ ਮਹਿੰਗਾ ਹੈ। ਉਹ ਕਿਵੇਂ ਜੀ? ਤੁਸੀਂ ਦੇਖ ਲਓ, ਤੁਸੀਂ ਉਹ ਮਿਣ ਕੇ ਦੇਖ ਲਓ। ਇੱਕ ਸੀਮੈਂਟ ਦੇ ਥੈਲੇ ਪਿੱਛੇ 4 ਰੇਤੇ ਦੀਆਂ ਬੋਰੀਆਂ ਲੱਗਦੀਆਂ ਨੇ। 4 ਰੇਤੇ ਦਾ ਉਹ ਲੱਗਦਾ, ਠੀਕ ਹੈ ਕਿ ਨਹੀਂ? ਔਰ ਜਦੋਂ ਤੁਸੀਂ 4 ਰੇਤੇ ਦੀਆਂ ਉਹ ਲਾਉਨੇ ਹੋ, ਕੋਈ ਸਰਕਾਰੀ ਅਦਾਰਾ ਹੋਵੇ, ਕੋਈ ਸੜਕ ਹੋਵੇ, ਕੋਈ ਸਰਕਾਰੀ ਬਿਲਡਿੰਗ ਬਣਦੀ ਹੋਵੇ, ਉਹਨੂੰ ਇਹ ਮੈਂਡੇਟਰੀ ਹੈ ਕਿ ਸਰਕਾਰੀ ਖੱਡ ਚੋਂ ਨਾਲ ਰੇਤਾ ਲਿਆਣਾ, ਉਹਦੀ ਪਰਚੀ ਦੱਸਣੀ। ਲੈ, ਇੱਕ ਪਰਚੀ ਦਿਖਾ ਦਿਓ, ਇੱਕ ਦੀ ਅਕਾਊਂਟੇਬਿਲਟੀ ਦਿਖਾ ਦਿਓ। ਪਤਾ ਨਹੀਂ ਕਿੰਨੀਆਂ ਬਿਲਡਿੰਗਾਂ ਬਣ ਗਈਆਂ, ਕਿੰਨੀਆਂ ਸੜਕਾਂ ਬਣ ਗਈਆਂ ਤੇ ਅੱਜ ਤੱਕ ਕਿਸੇ ਦਾ ਕੋਈ ਹਿਸਾਬ ਹੈ ਨਹੀਂ। ਸਿੱਧੂ ਸਾਹਿਬ, ਤੁਹਾਡੀਆਂ ਗੱਲਾਂ ਬਹੁਤ ਸੋਹਣੀਆਂ ਲੱਗ ਰਹੀਆਂ, ਬੜੀਆਂ ਪਿਆਰੀਆਂ ਲੱਗ ਰਹੀਆਂ, ਪਰ ਮੈਂ ਸ਼ਰਾਬ ਦੀ ਵੀ ਗੱਲ ਕਰਦਾ। 25 ਤੋਂ 30 ਹਜ਼ਾਰ ਕਰੋੜ ਰੁਪਏ ਵੈਟ ਲਾਓ, ਅੱਜ ਵੈਟ ਲਾਓ। ਇੱਕੋ ਚੀਜ਼ GST ਦੇ ਪ੍ਰੀਵਿਊ ਤੋਂ ਬਾਹਰ ਹੈ ਸਟੇਟ ਦੇ ਲਈ, ਉਹ ਸ਼ਰਾਬ। ਮੈਂ ਹੱਕ 'ਚ ਨਹੀਂ, ਲੇਕਿਨ ਅਗਰ ਵਿਕਦੀ ਹੈ ਤਾਂ ਸਟੇਟ ਦੇ ਖਜ਼ਾਨੇ ਜਾਣੀ ਚਾਹੀਦੀ। ਮੈਂ ਨਾਲ ਹੀ ਸਵਾਲ ਕਰ ਦਿੰਦਾ ਕਿ ਇਹ ਸ਼ਰਾਬ ਦੇ ਠੇਕੇਦਾਰ ਨੂੰ ਨਵਜੋਤ ਸਿੰਘ ਸਿੱਧੂ ਟਿਕਟ ਦਊਗਾ ਇਸ ਵਾਰ? ਮੈਂ ਕਹਿੰਦਾ ਠੇਕੇਦਾਰ ਦੀ ਤੇ ਗੱਲ ਹੀ ਛੱਡੋ, ਤੁਸੀਂ ਸਿਸਟਮ ਹੀ ਇਹੋ ਜਿਹਾ ਬਣਾਓ, ਪਾਪੀ ਨਾ ਮਾਰੋ ਪਾਪ ਮਾਰ ਦਿਓ। ਜਦੋਂ ਤੁਸੀਂ ਸਿਸਟਮ ਚੋਰਾਂ ਦਾ ਬਣਾਤਾ, ਪਾਪੀ ਤਾਂ ਕਿਉਂ ਡਰਦੇ? ਮੈਂ ਦੱਸਦਾ ਨਾ, ਡਰਦੇ ਉਹ ਵੀ ਗਿਣੇ ਚਣੇ ਹੀ ਆ ਆਪਣੇ ਕੋਲ। ਕਾਂਗਰਸ ਦੇ, ਅਕਾਲੀਆਂ ਦੇ ਜਿਹੜੇ MLA ਜਿਹੜੇ ਨੇ ਠੇਕੇਦਾਰ ਨੇ। ਮੈਂ ਜ਼ਿੰਦਗੀ 'ਚ ਰੱਬ ਤੋਂ ਇਲਾਵਾ ਕਿਸੇ ਤੋਂ ਨਹੀਂ ਡਰਦਾ, ਨਾ ਮੈਂ ਅੱਜ ਤੱਕ ਡਰਿਆ ਤੇ ਨਾ ਮੈਂ ਡਰੂੰਗਾ। ਮੈਂ ਇਹ ਕਹਿਣਾ ਕਿ ਤੁਸੀਂ ਜਿਸ ਤਰ੍ਹਾਂ ਗੈਂਗ 'ਚ ਕਿਸੇ ਨੂੰ ਸ਼ਾਮਿਲ ਕਰਨਾ ਹੁੰਦਾ ਤੇ ਤੁਸੀਂ ਕਹਿੰਦੇ ਫਲਾਣੇ ਨੂੰ ਮਾਰਿਆ, ਬਈ ਔਲਾ ਫਲਾਣੇ ਨੂੰ ਮਾਰਿਆ ਤਾਂ ਤੁਹਾਨੂੰ ਲੱਗਦਾ ਯਾਰ ਇਹ ਸਾਡੇ ਵਾਂਗ ਕਾਣਾ ਹੋ ਗਿਆ, ਹੁਣ ਸ਼ਾਮਿਲ ਕਰ ਲਓ। ਇਹ ਸਿਸਟਮ ਐਂ ਕਾਣੇ ਕਰਕੇ ਕਮਾਊ ਪੁੱਤ ਸ਼ਾਮਿਲ ਕਰਦਾ ਰਿਹਾ। ਜਦੋਂ ਤੁਸੀਂ ਸਿਸਟਮ ਸਿਰਜੋਗੇ
ਔਰ ਤੁਸੀਂ ਕਹੋਗੇ ਕਿ ਭਾਈ ਸਟੇਟ ਦੀ ਸ਼ਰਾਬ ਹੋਏਗੀ, ਸਟੇਟ ਦੀਆਂ ਡਿਸਟਿਲਰੀਆਂ ਹੋਣਗੀਆਂ, ਸਟੇਟ ਦੀ ਚਿਪ ਲੱਗੀ ਹੋਏਗੀ ਉਹਦੇ ਉੱਤੇ, ਕੋਈ ਡਿਸਟਿਲਰੀ ਬਾਹਰੋਂ ਨਹੀਂ ਬਣੇਗੀ ਔਰ ਸਟੇਟ ਵੇਚੇਗਾ, 60,000 ਬੰਦਿਆਂ ਨੂੰ ਨੌਕਰੀ ਇੱਥੇ ਦੇਗਾ, 60,000 ਨੂੰ ਉੱਥੇ ਦੇਗਾ। ਤੇ ਮੈਨੂੰ ਇੱਕ ਗੱਲ ਦੱਸੋ, ਫਿਰ ਕੋਈ ਕਿੱਦਾਂ ਡਿਸਟਿਲਰੀ ਖੋਲੂ? ਫਿਰ ਕੋਈ ਕਿੱਦਾਂ ਹੂਚ ਹੋਊਗਾ? ਫਿਰ ਜਦੋਂ ਚਿਪ ਲੱਗੀ ਹੋਈ ਹੈ ਸਮਗਲਿੰਗ ਕਿੱਦਾਂ ਹੋਊਗੀ? ਤੁਸੀਂ ਸਿਸਟਮ ਬਣਾਤਾ ਨਾ ਜਿਹਦੇ ਵਿੱਚ ਚੋਰ ਚੋਰੀ ਨਹੀਂ ਕਰ ਸਕਦਾ। ਸਿੱਧੂ ਸਾਹਿਬ, ਦੇਖੋ ਇਹ ਆਰਟ ਹੈ ਭਾਜੀ, ਇਹ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਕਰਪਸ਼ਨ ਆਰਟ ਹੈ। ਨਹੀਂ ਤੇ ਕੋਈ ਤਹਿਸੀਲਦਾਰ 100 ਰੁਪਏ ਲੈਂਦਾ ਫੜਿਆ ਜਾਂਦਾ। ਇਹ ਦੇਖ ਲਓ ਤੁਸੀਂ ਕਿ 25 ਸਾਲ ਹੋ ਗਏ ਬਾਦਲਾਂ ਨੂੰ ਰਾਜ ਕਰਦਿਆਂ ਨੂੰ, ਅੱਜ ਤਾਈਂ ਫੜੇ ਗਏ ਆ। ਸਿੱਧੂ ਸਾਹਿਬ ਤੇ ਪਿੱਛੇ ਕੋਈ ਸਿੱਧੂ ਸਾਹਿਬ ਸਿਰਫ ਬੇਨਤੀ ਇਹ ਹੈ, ਤੁਸੀਂ ਤੁਹਾਡੀਆਂ ਗੱਲਾਂ ਲੋਕਾਂ ਨੂੰ ਅਪੀਲ ਕਰਦੀਆਂ, ਬੜੇ ਚਿਰ ਦੀ ਤੁਸੀਂ ਇਹ ਗੱਲ ਕਰ ਰਹੇ ਜੇ, ਜਿਹੜੀ ਚਿੰਤਾ ਆ ਪੰਜਾਬ ਨੂੰ, ਚਿੰਤਾ ਉਹ ਤਰਲੋਚਨ ਨੂੰ ਵੀ ਚਿੰਤਾ ਹੋ ਸਕਦੀ, ਤਪਨ ਵੀ ਹੋ ਸਕਦੀ ਹੈ। 6 ਵਾਰੀ ਰਾਜ ਕੀਤਾ ਪੰਜਾਬ 'ਚ ਤੁਹਾਡੀ ਪਾਰਟੀ ਨੇ, 6 ਵਾਰੀ ਅਕਾਲੀ ਦਲ ਨੇ, ਉਹ ਵੀ ਪੁਰਾਣੀ ਤੁਹਾਡੀ ਪਾਰਟੀ ਹੈ, ਠੀਕ ਹੈ ਜੀ। 6 ਵਾਰ ਦੋਨਾਂ ਨੇ ਰਾਜ ਕਰ ਕਰਕੇ ਪੰਜਾਬ ਨੂੰ ਕਿੱਥੇ ਪਹੁੰਚਾਤਾ? ਸਰਕਾਰੀ ਤੌਰ ਤੇ 3 ਲੱਖ ਕਰੋੜ ਕਰਜ਼ਾ, ਜੋ ਤੁਸੀਂ ਕਹਿ ਰਹੇ ਜੇ ਮਾਫੀਆ ਰਾਜ ਸਾਰਾ ਕੁਝ। ਮੇਰੀ ਰਿਕੁਐਸਟ ਹੈ, ਸੁਣੋ, ਪਹਿਲੋਂ ਟਿਕਟਾਂ ਕੌਣ ਦਿੰਦਾ ਕਾਂਗਰਸੀਆਂ ਨੂੰ? ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਕਿਹਨੇ ਬਣਾਇਆ? ਉਸ ਤੋਂ ਪਹਿਲੋਂ ਮੁੱਖ ਮੰਤਰੀ ਕਿਹਨੇ ਬਣਾਏ? ਤੁਹਾਡੀ ਹਾਈ ਕਮਾਂਡ ਨੇ ਬਣਾਏ। ਜੇ ਹਾਈ ਕਮਾਂਡ ਇਸ ਸਿਸਟਮ ਨੂੰ ਤੈਸ਼-ਨੈਸ਼ ਨਹੀਂ ਕਰ ਸਕੀ, ਨਵਜੋਤ ਸਿੰਘ ਸਿੱਧੂ ਬਤੌਰ ਪੰਜਾਬ ਕਾਂਗਰਸ ਦਾ ਪ੍ਰਧਾਨ ਇੰਨੀ ਲੜਾਈ ਲੜ ਕੇ ਕਿਵੇਂ ਸਾਫ਼ ਕਰ ਦੂਗਾ? ਇਹ ਡਰ ਹੈ, ਇਹ ਸਵਾਲ ਹੈ। ਤੁਹਾਡਾ ਜਿਹੜਾ ਡਰ ਗਿਆ ਉਹ ਮਰ ਗਿਆ। ਜਿਹੜਾ ਤੁਹਾਡਾ ਸਵਾਲ ਹੈ ਉਹ ਬੁਨਿਆਦੀ ਤੌਰ ਦੇ ਉੱਤੇ ਗਲਤ ਹੈ। ਕੋਈ ਪਾਰਟੀ ਗਲਤ ਨਹੀਂ ਹੁੰਦੀ, ਕੋਈ ਪਾਰਟੀ ਗਲਤ ਨਹੀਂ। ਪਾਰਟੀ ਵਿਚਾਰਤਾ, ਇੱਕ ਮਿੰਟ ਯਾਰ, ਹੁਣ ਮੈਂ ਜਵਾਬ ਦਵਾਂ। ਪਾਰਟੀ ਵਿਚਾਰਧਾਰਾ ਨਾਲ ਬੰਨੀ ਹੁੰਦੀ, ਵਿਚਾਰਧਾਰਾ ਵੀ ਕਦੇ ਗਲਤ ਨਹੀਂ ਹੁੰਦੀ। ਪਾਰਟੀਆਂ ਨੂੰ ਚਲਾਉਣ ਵਾਲੇ ਲੋਕ ਗੰਦੇ ਜਾਂ ਮਾੜੇ ਹੁੰਦੇ, ਠੀਕ ਹੈ, ਸਮਝਦੇ ਹੋ? ਉਹਨਾਂ ਨੂੰ ਟਿਕਟਾਂ ਕੌਣ ਦਿੰਦਾ ਜੀ? ਮੇਰੀ ਗੱਲ ਨੂੰ ਸੁਣੋ ਨਾ, ਜੇ ਉਹ ਗਲਤੀਆਂ ਹੋਈਆਂ ਸੁਧਾਰੀਆਂ ਵੀ। ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲ ਬਾਅਦ ਕੱਢਿਆ, ਕੋਈ ਸੋਚ ਸਕਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਕੱਢ ਦੂਗਾ? ਇੱਕ MLA ਨਹੀਂ ਸੀ ਖੜਾ ਨਾਲ, ਉਹਦੀ ਘਰ ਵਾਲੀ ਨਹੀਂ ਸੀ ਖੜੀ ਨਾਲ, ਇੱਕ ਕਾਉਂਸਲਰ ਤੱਕ ਉਹਦੇ ਨਾਲ ਨਹੀਂ ਸੀ ਖੜਾ। ਇਹ ਕਿਉਂ? ਕਿਉਂਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਮੈਂ ਕਹਿੰਦਾ ਪਾਪ ਤੇ ਪਾਰਾ ਤੁਸੀਂ ਲੋਕ ਕੇ ਖਾ ਜਾਓ, ਕੋੜ ਬਣ ਕੇ ਫੁੱਟੂਗਾ। ਕਰਮ ਉਸ ਬੱਚੇ ਵਾਂਗ ਹੈ ਜਿਹੜਾ 100 ਗਊਆਂ ਜੋ ਆਪਦੀ ਮਾਂ ਨੂੰ ਮਾਰੂ, ਆਪਦੀ ਮਾਂ ਨੂੰ ਲੱਭ ਲੂਗਾ। ਦੇਖੋ ਨਾ, ਮੈਂ ਜਦੋਂ ਇਹ ਕਹਿਣਾ ਕਿ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ, ਬੰਦਾ ਜਿਹੇ ਜੇ ਬੀਜ ਬੋਊਗਾ ਅੰਕਰ ਹੋ ਜੇ ਫੁੱਟਣੇ। ਜੇ ਇਹ ਲਾਲਚ ਦੇ ਵਿੱਚ, ਲੋਭ ਦੇ ਵਿੱਚ ਪੂਰੀ ਤਰ੍ਹਾਂ ਇਮਰਸ ਸੀ ਤੇ ਇਹਨਾਂ ਦਾ ਅੱਜ ਉਹ ਹਾਲ ਹੈ। ਕਿੱਥੇ ਲੱਭਦਾ ਕੋਈ? ਮੈਨੂੰ ਦੱਸੋ, ਕਿੱਥੇ ਨੇ ਵੱਡੇ ਬਾਦਲ ਸਾਹਿਬ? ਕਿੱਥੇ ਹੈ ਸੁਖਬੀਰ, ਜਿਹੜੇ ਪੰਥ ਦੇ ਨਾਂ ਤੇ ਰਾਜ ਕਰਦੇ ਸੀ? ਪੰਥ ਉਹਨਾਂ ਦੇ ਅੱਗੇ ਖੜਾ ਸੀ। ਜਿਹੜੇ ਮਾਫੀਆਂ ਦਵਾਉਂਦੇ ਰਹੇ, ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ, ਜਿਹੜੇ ਜਥੇਦਾਰ ਆਪਣੇ ਲਿਫਾਫਿਆਂ ਚੋਂ ਕੱਢਦੇ ਰਹੇ, ਜਿਹੜੇ ਅਕਾਲ ਤਖਤ ਨੂੰ ਪੋਲੀਟੀਸਾਈਜ਼ ਕਰਦੇ ਰਹੇ। ਅਕਾਲ ਤਖਤ ਸਾਹਿਬ ਨਾਮ ਲੈਣਾ ਮੇਰਾ ਖੜਾ ਹੋਣ ਨੂੰ ਜੀ ਕਰਦਾ ਮਹਾਰਾਜ। ਤੇ ਉਹਨਾਂ ਨੂੰ ਸਜ਼ਾ ਮਿਲੀ ਕਿ ਨਹੀਂ ਮਿਲੀ? ਲੋਕਾਂ ਨੇ ਸਜ਼ਾ ਦਿੱਤੀ, ਲੋਕਾਂ ਦੇ ਦਰਬਾਰ 'ਚ ਬੇਅਦਬੀ ਦੀ ਸਜ਼ਾ ਮਿਲੀ, ਹੋਰ ਕਿਤੇ ਮਿਲੇ ਨਾ ਮਿਲੇ। ਮੈਂ ਇਹ ਕਹਿਣਾ ਕਿ ਤੁਸੀਂ ਜਦੋਂ ਸਿਸਟਮ ਸਿਰਜਣ ਦੀ ਗੱਲ ਕਰਦੇ ਹੋ, ਇਹ ਸਿਸਟਮ ਪਾਲਿਸੀ ਦੇ ਨਾਲ ਸਿਰਜਿਆ ਜਾਣਾ। ਪਾਲਿਸੀ ਕੀ ਹੈ, ਨੀਤੀ ਕੀ ਹੈ ਕਿ ਤੁਸੀਂ 3 ਕਾਰਪੋਰੇਸ਼ਨਾਂ ਬਣਾਓ। ਅੱਜ ਤੇ ਕੇਜਰੀਵਾਲ ਹੋਣੀ ਵੀ ਫੋਟੋਸਟੈਟ ਦੀ ਦੁਕਾਨ ਤੇ ਖੜ ਕੇ ਸਿੱਧੂ ਦੀ ਗੱਲ ਨੂੰ ਫੋਟੋਸਟੈਟ ਕਰਕੇ ਕਹਿੰਦੇ ਅਸੀਂ ਕਰਾਂਗੇ। ਇਹ ਕਿੱਥੋਂ ਕਰਨਗੇ? ਪਰ ਸਿੱਧੂ ਸਾਹਿਬ, ਇਹ ਬਲੈਕ ਲਿਸਟਡ ਦੀਪ ਮਲਹੋਤਰੇ ਨੂੰ ਦੋ ਜ਼ੋਨ ਦੀ ਪਾਲਿਸੀ ਚੇਂਜ ਕਰਕੇ 4 ਜ਼ੋਨ। ਉਹੀ ਪੌਂਟੀ ਚੱਡੇ ਨੂੰ ਜਿੱਥੇ ਕਹਿੰਦਾ ਸੀਗਾ ਕੇਜਰੀਵਾਲ ਕਿ ਮੈਂ ਠੇਕੇ ਗਲੀਆਂ 'ਚ ਨਹੀਂ ਲੱਗਣ ਦਊਂਗਾ, ਅੱਜ ਗਲੀ ਗਲੀ ਠੇਕੇ ਕਰਤੇ ਇਸ ਬੰਦੇ ਨੇ। ਤੁਸੀਂ ਮੈਨੂੰ ਇਸ ਗੱਲ ਨੂੰ ਸਮਝਾਓ ਕਿ ਇਹ ਬੰਦਾ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ। ਤੁਹਾਡੀਆਂ ਸਾਰੀਆਂ ਗੱਲਾਂ ਮੰਨਦੇ, ਹੁਣ ਮੇਰੀ ਗੱਲ ਤੇ ਆਓ, ਤੁਸੀਂ ਪਲੀਜ਼ ਸੁਣੋ। ਤੁਸੀਂ ਇਹ ਸੋਹਣੀਆਂ ਗੱਲਾਂ ਕਰ ਰਹੇ ਜੇ, ਤੁਹਾਡੇ ਤੋਂ ਡਰਨ ਲੱਗ ਪਏ ਨੇ। ਮੈਂ ਕਹਿੰਦਾ ਮੇਰੀ ਗੱਲ ਨੂੰ ਸੁਣੋ, ਕੋਈ ਕਿਸੇ ਕੋ ਰਾਜ ਨਹੀਂ। ਤੁਹਾਡੇ ਆਪਣੇ ਮੰਤਰੀ ਜਿਹੜੇ ਨੇ ਉਹ ਕਹਿਣ ਲੱਗ ਪਏ ਨਵਜੋਤ ਸਿੰਘ ਸਿੱਧੂ ਤੇ ਗਲਤ ਗੱਲਾਂ ਕਰਨ ਲੱਗ ਪਿਆ। ਇਹ ਕਾਂਗਰਸ ਦੇ ਦਾਇਰੇ ਤੋਂ ਬਾਹਰ ਜਾ ਕੇ, ਇਹ ਕਾਂਗਰਸ ਦੇ ਦਾਇਰੇ ਤੋਂ ਬਾਹਰ ਦੀਆਂ ਗੱਲਾਂ ਕਰਦੇ ਜੇ। ਮੈਂ ਕੀ ਕਹਿਣਾ, ਜੇ ਭਾਰਤ ਭੂਸ਼ਣ ਆਸ਼ੂ ਕਹਿੰਦਾ ਵੀ ਡਿਸਪਲਿਨ 'ਚ ਨਹੀਂ ਗਾ ਨਵਜੋਤ ਸਿੰਘ ਸਿੱਧੂ, ਜੇ ਸੁਖਜਿੰਦਰ ਰੰਧਾਵਾ ਕਹਿੰਦਾ ਵੀ ਉਹ ਇਹ ਗੱਲਾਂ ਨਹੀਂ ਚੱਲਣੀਆਂ ਜੋ ਕੋਈ ਮੰਗ ਕੇ ਫਿਰ ਮੈਨੂੰ ਇਹ ਦੱਸੋ ਕਿ ਚੱਲਣੀ ਕਿਸੇ ਦੀ ਹੈ ਜਾਂ ਪੰਜਾਬ ਦੇ ਲੋਕਾਂ ਦੀ ਹੈ? ਇੱਕ ਗੱਲ ਜਵਾਬ ਦੇ ਨਾ ਮਿੱਤਰ ਪਿਆਰੇ, ਪੰਜਾਬ ਦੇ ਲੋਕਾਂ ਦੀ ਚੱਲੂ? ਕਿਹਨੇ MLA ਬਣਾਇਆ ਸੀ?
ਕਿਹਨੇ ਐਮਐਲਏ ਬਣਾਇਆ? ਮੈਂ ਸਿੱਧਾ ਸਵਾਲ ਪੁੱਛਦਾ, ਕਿਹਨੇ ਐਮਐਲਏ ਬਣਾਇਆ ਸੀ? ਮੇਰਾ ਸਵਾਲ ਮੈਂ ਇਹ ਕਿਹਾ ਤੁਹਾਨੂੰ ਮੈਂ ਹੈ ਪੁੱਛਦਾ ਨਹੀਂ ਸਿੱਧੂ ਸਾਹਿਬ, ਗੱਲ ਵੀ ਇਹੀ ਹੋ ਰਹੀ ਹੈ। ਗੱਲ ਦੇਖੋ 4.5 ਸਾਲ ਪਹਿਲੇ ਕੈਪਟਨ ਅਮਰਿੰਦਰ ਸਿੰਘ ਦੇ ਤੁਸੀਂ ਤੁਸੀਂ ਕਿਹਾ ਸਜ਼ਾ ਦਿੱਤੀ ਪਾਰਟੀ ਨੇ, ਪਾਰਟੀ ਚੋਂ ਬਾਹਰ ਕਰਤਾ। ਫਿਰ 111 ਦਿਨ ਦੀ ਉਪਲਬਧੀ ਮੰਨਦੀ ਪਈ ਹੈ ਕਾਂਗਰਸ ਪਾਰਟੀ ਤੇ ਜਗ੍ਹਾ ਜਗ੍ਹਾ ਭੱਬਾ ਭਾਰ ਹੋਈ ਪਈ ਹੈ ਚਰਨਜੀਤ ਸਿੰਘ ਚੰਨੀ ਦੇ ਰਾਜ ਦੇ ਵਿੱਚ। ਸਵਾਲ ਸੁਣੋ ਇੱਕ ਮਿੰਟ, ਇਹ ਮੈਂ ਤੁਹਾਡੀ ਗੱਲ ਕਰ ਰਿਹਾ ਜਿਹੜੀ ਤੁਸੀਂ ਕਰ ਰਹੇ ਹੋ, ਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਾਰਟੀ ਮਾੜੀ ਨਹੀਂ ਹੁੰਦੀ। ਹੁਣ 111 ਦਿਨ ਦੀ ਤੁਸੀਂ ਇਹਨੂੰ ਉਪਲਬਧੀ ਮੰਨਦੇ ਹੋ, ਉਹ ਸ਼ਰਾਬ ਦੇ ਠੇਕੇਦਾਰਾਂ ਦੀ ਗੱਲ ਕਰਦੇ ਹੋ ਬਾਹਰ ਹੋਣੇ ਚਾਹੀਦੇ, ਰੇਤੇ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਇੱਕ ਜਿਹੜਾ ਲੈ ਕੇ ਆਉਣਾ ਚਾਹੀਦਾ, ਇਸ ਹਿਸਾਬ ਨਾਲ ਲੈ ਕੇ ਆਉਣਾ ਚਾਹੀਦਾ ਕਿ ਲੋਕਾਂ ਨੂੰ ਸਸਤਾ ਮਿਲੇ, ਉਹ 111 ਦਿਨ ਦੀ ਉਪਲਬਧੀ ਮੰਨਦੇ ਹੋ ਤੁਸੀਂ? ਦੇਖੋ ਤੁਹਾਡਾ ਸਵਾਲ ਹੀ ਆਪਣੇ ਆਪ 'ਚ ਜਵਾਬ ਹੈ। ਮੈਨੂੰ ਇੱਕ ਗੱਲ ਦੱਸੋ, ਤੁਹਾਡਾ ਸਵਾਲ ਹੀ ਉਹਦੇ ਵਿੱਚ ਹੀ ਜਵਾਬ ਹੈ। ਦੇਖੋ ਮੈਂ ਬੜੀ ਸਿੰਪਲ ਜੀ ਗੱਲ ਕਹਿਣਾ ਕਿ ਕੀ ਤੁਸੀਂ ਟ੍ਰੇਲਰ ਨੂੰ ਫਿਲਮ ਮੰਨ ਸਕਦੇ ਹੋ? 2 ਮਹੀਨੇ ਦੀ ਸਰਕਾਰ ਨੂੰ ਤੁਸੀਂ ਇਵੈਲੂਏਟ ਕਰ ਸਕਦੇ ਹੋ? 2 ਮਹੀਨੇ 'ਚ ਤੁਹਾਨੂੰ ਕੀ ਰਿਜ਼ਲਟ ਦੋ? ਅੱਖ ਨਹੀਂ ਝਪਕਦਾ ਤੇ ਪਤਾ ਨਹੀਂ ਕੀ ਹੋ ਜਾਂਦਾ ਬੰਦੇ ਦਾ। ਪ੍ਰਭਾਵ ਜਿਆਦਾ ਮਿਲਦਾ ਨਾ ਵੀ ਚੰਗਾ ਕਿ ਮਾੜਾ। ਦੇਖੋ ਪ੍ਰਭਾਵ ਹਮੇਸ਼ਾ ਨੀਤੀ ਨਾਲ ਮਿਲੇਗਾ, ਔਰ ਨੀਤੀ ਉਚਿਤ ਸਮੇਂ ਦੇ ਉੱਤੇ ਜੇ ਆਰੰਭ ਕੀਤੀ ਗਈ ਹੋਵੇ ਤਾਂ ਫਲਦਾਈ ਸਿੱਧ ਹੁੰਦੀ ਹੈ। ਤੇ ਨੀਤੀ ਬਜਟਰੀ ਐਲੋਕੇਸ਼ਨ ਦੇ ਨਾਲ ਆਉਂਦੀ ਹੈ, ਤੇ ਬਜਟਰੀ ਐਲੋਕੇਸ਼ਨ ਰਿਸਰਚ ਦੇ ਨਾਲ ਆਉਂਦੀ ਹੈ। ਇਹ ਜੁਗਾੜਾਂ ਦੇ ਨਾਲ ਇਹ ਮਤਲਬ ਝੂਠ ਵੇਚ ਕੇ, ਸੁਪਨੇ ਵੇਚ ਕੇ ਇਹ ਕਦੇ ਕੋਈ ਚੀਜ਼। ਦੇਖੋ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਬੜੀ ਸਿੰਪਲ ਜੀ ਗੱਲ ਕਹਿ ਰਿਹਾ ਕਿ ਮੈਂ ਇਹ ਕਹਿਣਾ ਕਿ 50,000 ਕਰੋੜ ਰੁਪਈਆ, 18,000 ਕਰੋੜ ਟੈਕਸਾਂ ਦੀ ਕੰਪਲਾਇੰਸ ਤੇ ਮਾਫੀਆ ਮਾਰ ਕੇ ਕਰੀਬ 30-32,000 ਕਰੋੜ ਰੁਪਈਆ, ਇਹਨੂੰ ਤੁਸੀਂ ਡਬਲ ਕਰਕੇ 1 ਲੱਖ ਕਰੋੜ ਦੇ ਨਾਲ ਮੋੜਾ ਪਾ ਸਕਦੇ ਹੋ, ਤੁਸੀਂ ਫੇਰਾ ਪਾ ਸਕਦੇ ਹੋ। ਗਵਰਨੈਂਸ ਦੇ ਵਿੱਚ ਤੁਸੀਂ ਪਲੈਨਿੰਗ ਕਮਿਸ਼ਨ ਸਹੀ ਤਰੀਕੇ ਨਾਲ ਬਣਾਓ, ਜਵਾਹਰ ਲਾਲ ਨਹਿਰੂ ਜੀ ਦੀ। ਜਿਹੜੀਆਂ ਪਿੰਡਾਂ ਦੀਆਂ ਤਾਕਤਾਂ, 170 ਸਰਪੰਚਾਂ ਦੀਆਂ ਤਾਕਤਾਂ ਨੇ, ਉਹਨਾਂ ਨੂੰ ਵਾਪਸ ਮੋੜੋ। ਜਿਹੜੀਆਂ ਕਾਰਪੋਰੇਸ਼ਨਾਂ ਦੀਆਂ ਤਾਕਤਾਂ ਨੇ, ਉਹਨਾਂ ਨੂੰ ਵਾਪਸ ਮੋੜੋ। ਤੁਸੀਂ ਮਿਨਿਸਟਰੀਆਂ ਗੁਲਾਮ ਬਣਾ ਦਿੱਤੀਆਂ। ਤੁਸੀਂ ਲੈਜਿਸਲੇਚਰ ਦੀ ਤਾਕਤ ਨੂੰ ਅੱਜ ਅਫਸਰਾਂ ਦੇ ਪਾਵਿਆਂ ਦੇ ਨਾਲ ਬੰਨ੍ਹ ਦਿੱਤਾ। ਤੁਸੀਂ ਲੈਜਿਸਲੇਚਰ ਨੂੰ, ਐਮਐਲਏ ਨੂੰ ਇਹੀ ਅਹਿਸਾਸ ਨਹੀਂ ਹੋਣ ਦਿੰਦੇ ਕਿ ਭਾਈ ਉਹਦਾ ਕੰਮ ਤੇ ਕਾਨੂੰਨ ਬਣਾਉਣਾ ਹੈ। ਉਹ ਕਿਸੇ ਐਸਐਸਪੀ ਤੇ ਡੀਐਸਪੀ ਦਾ ਮੁਹਤਾਜ ਬਣਾ ਦਿਓਗੇ ਤੁਸੀਂ ਉਹਨੂੰ। ਤੁਸੀਂ ਡੀਸੀਆਂ ਦੇ ਆਫਿਸ ਦੇ ਧੱਕੇ ਖਵਾ ਦਿਓਗੇ ਤੁਸੀਂ। ਉਹਦਾ ਦਰਜਾ ਚੀਫ ਸੈਕਟਰੀ ਤੋਂ, ਯਾਨੀ ਕਿ ਨਵਜੋਤ ਸਿੰਘ ਸਿੱਧੂ ਦੇ ਹੱਥ ਕਮਾਨ ਹੋਵੇ ਪੰਜਾਬ ਦੀ, ਨਵਜੋਤ ਸਿੰਘ ਸਿੱਧੂ ਜਿੱਤੇਗਾ ਪੰਜਾਬ ਤਾਂ ਹੋਏਗਾ। ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਮੈਂ ਇਹ ਕਹਿਣਾ ਕਿ ਇੱਕ ਸਿਸਟਮ ਬਣਾਈਏ। ਸਿਸਟਮ ਹਾਈ ਕਮਾਂਡ ਬਣਾ ਸਕਦੀ ਹੈ, ਸਿਸਟਮ ਅਸੀਂ ਰਲ ਮਿਲ ਕੇ ਬਣਾ ਸਕਦੇ ਹਾਂ। ਲੇਕਿਨ ਜੇ ਸਿਸਟਮ ਹੀ ਨਾ ਹੋਇਆ, ਅਗਰ ਮੁੱਖ ਮੰਤਰੀ ਤੁਹਾਨੂੰ 2 ਮਹੀਨੇ ਲਈ ਬਣਾਇਆ ਜਾਂਦਾ ਤਾਂ ਕਿੰਨਾ ਕੁ ਬਦਲਾਵ ਹੁੰਦਾ? 2 ਮਹੀਨੇ ਬਹੁਤ, 60 ਦਿਨ ਬਹੁਤ ਹੁੰਦੇ ਨੇ ਸਿੱਧੂ ਸਾਹਿਬ। ਇੱਥੇ ਨਾ ਹਰੇਕ ਬੰਦਾ ਇੱਕ ਚੀਜ਼ ਲੈ ਕੇ ਤੁਰਿਆ। ਅਗਰ ਤੁਹਾਨੂੰ ਮੁੱਖ ਮੰਤਰੀ ਬਣਾ ਦਿਆ, ਮੈਂ ਕਹਿੰਦਾ ਮੁੱਖ ਮੰਤਰੀ ਤੋਂ ਪਹਿਲਾਂ ਤੁਹਾਡੀ ਪਲੈਨਿੰਗ ਕੀ ਹੈ, ਤੁਹਾਡਾ ਰੋਡ ਮੈਪ ਕੀ ਹੈ, ਤੁਹਾਡੀ ਪਾਲਿਸੀ ਕੀ ਹੈ? ਕਿਸੇ ਨੇ ਪਾਲਿਸੀ ਦੱਸੀ? ਤੁਸੀਂ ਤਾਂ ਕਿਦੋਂ ਤਿਆਰ ਹੈ ਹਰ ਤੁਹਾਡੀ ਪਾਲਿਸੀ? ਬੰਦਾ, ਮੈਂ ਕਹਿੰਦਾ ਉਸ ਪਾਲਿਸੀ ਨੂੰ ਇੰਪਲੀਮੈਂਟ ਕਰਨਾ ਕਿਸ ਤਰ੍ਹਾਂ ਹੈ। ਪਰ ਤੁਹਾਡੇ ਬੰਦੇ ਕਹਿੰਦੇ ਵੀ ਸਿੱਧੂ ਸਾਹਿਬ ਬਿਨਾਂ ਪੁੱਛਿਆ ਐਲਾਨ ਕਰੀ ਜਾਂਦੇ ਨੇ। ਜੇ ਬੰਦੇ ਕਹਿੰਦੇ ਸੁਰਜੇਵਾਲਾ ਸਾਹਿਬ ਕੀ ਕਹਿ ਕੇ ਗਏ ਹੈ ਕਿ ਸਿੱਧੂ ਸਰਦਾਰ ਗਲਤ ਕੌਣ ਹੈ ਫਿਰ? ਮੇਰੀ ਇੱਕ ਗੱਲ ਨੂੰ ਸੁਣੋ, ਗਲਤ ਸਹੀ ਇਹ ਲੋਕ ਤੈਅ ਕਰਨਾ। ਤੁਸੀਂ ਕਿਉਂ ਤੈਅ ਕਰਦੇ ਹੋ? ਮੈਂ ਕਿਉਂ ਤੈਅ ਕਰਨਾ? ਲੋਕ ਦੱਸ ਦੇਣਗੇ। ਮੈਂ ਕਹਿੰਦਾ ਇਹ ਐਮਐਲਏ 5 ਸਾਲ ਪਹਿਲਾਂ ਬਣੇ ਸੀ ਮਿੱਤਰ ਪਿਆਰੇ ਜੀ 5 ਸਾਲ ਪਹਿਲਾਂ। ਇਹ ਐਮਐਲਏ ਵੀ ਲੋਕਾਂ ਨੇ ਬਣਾਉਣੇ ਆ, ਤੇ ਜੇ ਐਮਐਲਏ ਬਣੇ ਤਾਂ ਹੀ ਮੁੱਖ ਮੰਤਰੀ ਬਣੂ, ਤੇ ਜੇ ਐਮਐਲਏ ਹੀ ਨਾ ਬਣੇ ਤੇ ਮੁੱਖ ਮੰਤਰੀ ਕਿੱਥੋਂ ਬਣੂ? ਮੇਰੀ ਗੱਲ ਨੂੰ ਸਮਝੋ। ਜਦੋਂ ਮੈਂ ਤੁਹਾਨੂੰ ਇਹ ਕਹਿਣਾ ਕਿ ਨਾ ਮੇਰਾ ਫਰਕ ਪੈਂਦਾ ਨਾ ਕਿਸੇ, ਕੋਈ ਮੇਰੇ ਖਿਲਾਫ ਬੋਲਦਾ, ਮੈਂ ਕਦੇ ਉਹਦੇ ਖਿਲਾਫ ਬੋਲਿਆ? ਮੈਨੂੰ ਲੋੜ ਹੀ ਨਹੀਂ। ਤੁਸੀਂ ਢੰਗ ਨਾਲ ਗੱਲ ਕਰਦੇ ਮੈਂ ਕਹਿੰਦਾ ਢੰਗ ਦੀ ਗੱਲ ਤੁਸੀਂ ਮਾਰ ਵੀ ਦਿੰਦੇ ਜਦੋਂ ਬੰਦੇ ਕੋਲ ਤੱਥ ਹੀ ਨਹੀਂ, ਜਦੋਂ ਬੰਦੇ ਕੋਲ ਸੱਚ ਹੀ ਨਹੀਂ, ਜਦੋਂ ਬੰਦੇ ਕੋਲ ਤਰਕ ਹੀ ਨਹੀਂ। ਸਿੱਧੂ ਸਾਹਿਬ ਇੱਕ ਦੱਸੋ, ਕਿਹੜਾ ਆਪੇ ਹੀ ਸਮਝ ਜੋ ਕਿ ਮੇਰੇ ਕੋਲ ਪਾਲਿਸੀ ਵੀ ਹੈ। ਸਿੱਧੂ ਸਾਹਿਬ ਇੱਕ ਦੱਸੋ, ਤੁਸੀਂ ਇੱਕ ਬਹੁਤ ਵੱਡਾ ਜਿਹੜਾ ਇਨਸੀਡੈਂਟ ਵਾਪਰਿਆ 111 ਦਿਨਾਂ ਤੇ ਲੱਗਦਾ ਨਜ਼ਰ ਲੱਗ ਗਈ। ਮੁੱਖ ਮੰਤਰੀ ਤੁਹਾਡੇ ਜਿਹੜੇ ਨੇ ਚਰਨਜੀਤ ਚੰਨੀ ਜੀ, ਉਹਨਾਂ ਦੇ ਸਾਲੀ ਦੇ ਮੁੰਡਾ ਈਡੀ ਦੇ ਘੇਰੇ 'ਚ ਆ ਗਿਆ। ਮਾਈਨਿੰਗ, ਹੋਰ ਕਈ ਤਰ੍ਹਾਂ ਦੇ ਐਲੀਗੇਸ਼ਨ ਹੈ, ਔਰ ਵੱਡਾ ਐਲੀਗੇਸ਼ਨ ਇਹ ਹੈ ਵੀ 10 ਕਰੋੜ ਰੁਪਈਆ ਜਿਹੜਾ ਆ ਰਿਕਵਰ ਹੋ ਗਿਆ। ਔਰ ਚੰਨੀ ਸਾਹਿਬ ਇਹ ਕਹਿ ਰਹੇ ਨੇ ਵੀ ਨਰਿੰਦਰ ਮੋਦੀ ਜੀ ਫਿਰੋਜ਼ਪੁਰ ਦੀ ਫੇਰੀ ਦਾ ਮੇਰੇ ਕੋਲੋਂ ਬਦਲਾ ਲੈ ਰਹੇ ਨੇ। ਤੁਸੀਂ ਇਹਦੇ ਤੇ ਬੋਲੇ ਨਹੀਂ, ਖਮੋਸ਼ ਜੇ, ਸਾਰਾ ਪੰਜਾਬ ਸੁਣਨਾ ਚਾਹੁੰਦਾ। ਮੈਂ ਕਿਹਾ ਤੁਸੀਂ ਸੁਣਿਆ ਹੀ ਨਹੀਂ, ਮੈਂ ਤਾਂ ਬੋਲ ਚੁੱਕਿਆ ਦੁਬਾਰਾ। ਮੈਂ ਤਾਂ ਤੁਹਾਨੂੰ ਸਿੰਪਲ ਜੀ ਗੱਲ ਕਹਿਣਾ ਹਾਂ ਕਿ ਇਹ ਕੇਸ ਕਦੋਂ ਦਾ, ਮੈਂ ਤੁਹਾਨੂੰ ਪੁੱਛਦਾ। 2018 ਨਾਲ ਕਿਹਨੇ ਪਾਇਆ ਸੀ? ਕੈਪਟਨ ਅਮਰਿੰਦਰ ਸਿੰਘ ਨਿਕਲਿਆ ਸੀ, ਕੈਪਟਨ ਅਮਰਿੰਦਰ ਸਿੰਘ ਦਾ। ਆਏ ਨਾ ਫਿਰ ਉੱਥੇ ਆਏ ਨਾ, ਠੀਕ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ 2018 ਦੇ ਵਿੱਚ ਕੇਸ ਪਾਇਆ ਜੀ। ਕੁੰਭਕਰਨ 6 ਮਹੀਨਿਆਂ ਬਾਅਦ ਜਾਗਦਾ ਸੀ, ਇਹ 4 ਸਾਲ ਸੁੱਤੇ ਪਏ ਸੀ। ਹੱਸ ਪਏ ਨਾ, ਇਹ ਹਾਸੇ ਵਾਲੀ ਗੱਲ ਹੈ। ਤੁਹਾਡਾ ਮਤਲਬ ਇਹ ਹਾਸੇ ਵਾਲੀ ਉਹ ਗੱਲ ਹੈ
ਇਹਨੇ ਫਿਰ ਉੱਠ ਕੇ ਕਹਿੰਦਾ ਇਹ ਮਾਂ ਦਾ ਪੁੱਤ ਅਮਰਿੰਦਰ ਸਿੰਘ ਕਹਿੰਦਾ ਮੇਰੇ ਰਾਜ 'ਚ ਬੜੇ ਲੋਕ ਮਾਈਨਿੰਗ ਕਰਦੇ ਸੀ ਤੇ ਤੂੰ ਧਾਰਾਂ ਚਾਹੁੰਦਾ ਸੀ। ਜੇ ਤੇਰੇ ਨੱਕ ਥੱਲੇ ਮਾਈਨਿੰਗ ਹੁੰਦੀ ਸੀ ਤੂੰ ਕਿਉਂ ਨਾ ਠੋਕਿਆ, ਤੂੰ ਐਕਸ਼ਨ ਕਿਉਂ ਨਾ ਲਿਆ? ਇਹ ਸਵਾਲ ਨੇ ਬਹੁਤ ਵੱਡੇ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਫਿਰ ਭਾਈ 1 ਮਹੀਨਾ ਪਹਿਲਾਂ ਇਲੈਕਸ਼ਨ ਤੋਂ ਬੇਅਦਬੀਆਂ ਹੋਣ ਲੱਗ ਜਾਂਦੀਆਂ ਨੇ, ਬੰਬ ਟੱਫਨ ਬੰਬ। ਇਹਨਾਂ ਦਾ ਤੋਤਾ ਕੈਪਟਨ ਅਮਰਿੰਦਰ ਸਿੰਘ ਚੂਰੀ ਖਾਂਦਾ ਉੱਥੋਂ ਦਿੱਲੀੋਂ, ਉੱਥੋਂ ਹੀ ਚੱਲਦਾ ਇਹ ਰਬੜ ਦੇ ਗੁੱਡੇ ਵਾਂਗ। ਫਿਰ ਚੂਰੀ ਖਾ ਕੇ ਫਿਰ ਇਹ ਕਹਿੰਦਾ ਸਿਕਿਉਰਿਟੀ। ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਇਹ ਉਦੋਂ ਵੀ ਉਹੀ ਰਾਗ ਲਾਪਦਾ ਸੀ। ਇਹ ਬੰਦੇ ਮਤਲਬ ਕਠਪੁਤਲੀਆਂ ਬਣ ਚੁੱਕੇ, ਆਪਣੀ ਜ਼ਮੀਰ ਵੇਚ ਚੁੱਕੇ ਹੈ। ਇਹ ਆਪਦੀ ਜਾਨ ਬਚਾਉਣ ਨੂੰ ਪੰਜਾਬ ਚਲਾਉਂਦੇ ਰਹੇ। ਲੇਕਿਨ 10 ਕਰੋੜ ਰੁਪਏ ਮਿਲਣਾ ਇਹ ਵੀ ਵੱਡੇ ਸਵਾਲ ਨੇ ਕਿ ਘਰ ਦੇ ਵਿੱਚ 10 ਕਰੋੜ ਰੁਪਏ ਕਿਵੇਂ ਹੁੰਦਾ? 2 ਘਰਾਂ ਚੋਂ ਇੱਕ 8 ਕਰੋੜ ਤੇ ਕਹਿੰਦੇ ਇੱਕ ਬਾਕੀ ਉਹਦਾ ਦੋਸਤ ਹੈ ਉੱਥੋਂ 2 ਕਰੋੜ। ਸਵਾਲ ਇਹ ਵੀ ਉੱਠਦਾ ਪਿਆ, ਇਹਨੂੰ ਤੁਸੀਂ ਕਿੰਨਾ ਵਾਜਬ ਮੰਨਦੇ ਹੋ ਕਿ 10 ਕਰੋੜ ਇੱਕ ਘਰ ਦੇ ਵਿੱਚ ਜਾਂ 2 ਘਰਾਂ ਦੇ ਵਿੱਚ? ਮੈਂ ਕਹਿੰਦਾ ਦੇਖੋ ਇਹ ਸਭ ਗੱਲਾਂ ਜਿਹੜੀਆਂ ਨੇ ਲੈਟ ਦੀ ਲਾਅ ਟੇਕ ਇਟਸ ਓਨ ਕੋਰਸ। ਮੈਂ ਟਾਈਮਿੰਗ ਦੀ ਗੱਲ ਕਰ ਰਿਹਾ ਵੀ ਤੁਸੀਂ 4 ਸਾਲ ਸੁੱਤੇ ਕਿਉਂ ਪਏ ਰਹੇ? ਜੇ 2018 'ਚ ਕੇਸ ਪਿਆ ਹੁੰਦਾ ਤੇ ਉਦੋਂ ਹੀ ਉਹਦਾ ਇਨਸਾਫ ਹੋਇਆ ਹੁੰਦਾ ਤੇ ਉਦੋਂ ਹੀ ਇਹ ਦੱਸਿਆ ਹੁੰਦਾ ਵੀ ਆ ਬੰਦਾ ਸੀ। ਟਾਈਮਿੰਗ ਗਲਤ ਹੈ ਪਰ ਕੇਸ ਠੀਕ ਹੈ। ਮਤਲਬ ਇਹ ਕਿਸ ਤਰ੍ਹਾਂ ਮੈਂ ਕਹਿ ਸਕਦਾ ਕੇਸ ਠੀਕ ਹੈ ਜਦੋਂ ਟਾਈਮਿੰਗ ਤੋਂ ਮਨਸ਼ਾ ਪਤਾ ਲੱਗ ਰਹੀ ਹੈ, ਇਲੈਕਸ਼ਨ ਨੂੰ ਇਨਫਲੂਐਂਸ ਕਰਨ ਦੇ ਲਈ ਇਹ ਹੋ ਰਿਹਾ ਹੈ, ਸਮਝੇ ਨਹੀਂ? ਔਰ ਤੁਸੀਂ ਦੇਖੋ ਕਿੰਨੀਆਂ ਕੁ ਏਜੰਸੀਆਂ ਕਠਪੁਤਲੀਆਂ ਬਣਾ ਲਈਆਂ, ਦੇਖੋ ਨਾ। ਇਹ ਮਤਲਬ ਦਾਸੀਆਂ ਬਣ ਗਈਆਂ। ਕੋਰਟ ਦੇ ਜੱਜਾਂ ਨੂੰ ਮੈਂ ਕਦੇ ਪ੍ਰੈਸ ਕਾਨਫਰੰਸ ਕਰਦੇ ਨਹੀਂ ਸੀ ਸੁਣਿਆ ਪਹਿਲਾਂ। ਫਿਰ ਮੈਂ ਲੋਕ ਸਭਾ ਦੇ ਵਿੱਚ ਕਿਸੇ ਐਮਪੀ ਨੂੰ, ਕਿਸੇ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਉਂਗਲਾਂ ਚੱਕਦੇ ਨਹੀਂ ਸੀ ਦੇਖਿਆ ਸੀ ਤੁਸੀਂ? ਦੱਸੋ ਮੈਨੂੰ। CBI ਰॉ, ਹਾਂਜੀ, ED, ਇਹ ਤੇ ਮਤਲਬ ਜਿੱਦਾਂ ਕਹਿੰਦੇ ਆ ਕਿ ਇਹ ਤੇ ਹੱਥ ਤੇ ਬਾਹਾਂ ਬਣ ਗਈਆਂ ਸਰਕਾਰਾਂ ਦੀਆਂ, ਵਿਚ ਇਜ਼ ਵੈਰੀ ਸੈਡ। ਸਿੱਧੂ ਸਾਹਿਬ ਇੱਕ ਹੋਰ ਮੁੱਦਾ ਬਹੁਤ ਵੱਡਾ, ਤੁਸੀਂ ਬਾਰ-ਬਾਰ ਇਹ ਗੱਲ ਕਹਿ ਰਹੇ ਜੇ ਵੀ ਲਾੜੇ ਤੋਂ ਬਿਨਾਂ ਬਰਾਤ ਨਹੀਂ ਚੱਲੇਗੀ, ਮੈਂ ਸ਼ੋ ਪੀਸ ਬਣ ਕੇ ਨਹੀਂ ਵਿਚਰਾਂਗਾ। ਹਾਈ ਕਮਾਂਡ ਇਹ ਕਹਿ ਰਹੀ ਹੈ ਵੀ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਨਹੀਂ ਕਰਨਾ, 3-4 ਬੰਦਿਆਂ ਦੇ ਸਾਂਝੇ ਕਰਕੇ ਚੱਲਾਂਗੇ। ਯਾਰ ਮੁੱਖ ਮੰਤਰੀ, ਤੁਸੀਂ ਮੁੱਖ ਮੰਤਰੀ ਤੇ ਕਿਉਂ ਅੜੇ ਹੋ? ਪਹਿਲਾਂ MLA ਤਾਂ ਬਣਾ ਲਓ ਮਿੱਤਰਾ। ਜੇ 60 MLA ਨਹੀਂ ਬਣਨਗੇ ਮੁੱਖ ਮੰਤਰੀ ਬਣੂ। ਪਰ ਤੁਸੀਂ ਮੰਨਦੇ ਨਹੀਂ? ਮੈਂ ਮੰਨਾਂ ਕਿਵੇਂ? ਉਹ ਭਾਈ 5 ਸਾਲ ਪਹਿਲਾਂ MLA ਬਣੇ ਸੀ ਤੇ 5 ਸਾਲ ਬਾਅਦ ਫੇਰ ਬਣਨੇ। ਹੁਣ ਪਹਿਲਾਂ MLA ਤੇ ਬਣਾਓ। ਉਹ ਆਮ ਆਦਮੀ ਪਾਰਟੀ ਵੀ ਕਹਿ ਰਹੀ, ਕਹਿੰਦੇ ਅਸੀਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨ ਕਰਤਾ, ਹੁਣ ਕਾਂਗਰਸ ਵੀ ਕਰੇ। ਮੈਂ ਕਿਹਾ ਪਿਛਲੀ ਵਾਰ ਬਰਾਤ ਤੁਤਰੂ ਕਰਦੀ ਸੀ ਤੇ ਬਹੂ ਪਿੱਪਲ ਥੱਲੇ ਸੁੱਤੀ ਪਈ ਸੀ ਤੇ ਠੋਕੇ ਕਿ ਨਹੀਂ ਠੋਕੇ? ਤੇ ਹਜੇ ਬੜਾ ਵਕਤ ਹੈ। ਪਿਛਲੀ ਵਾਰ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਕਾਂਗਰਸ ਹਾਈ ਕਮਾਂਡ ਨੇ 2 ਹਫ਼ਤੇ ਪਹਿਲਾਂ ਅਨਾਉਂਸ ਕੀਤਾ ਸੀ। ਹਜੇ ਇਲੈਕਸ਼ਨ ਨੂੰ ਤੁਹਾਡਾ ਵੱਲੋਂ ਪਹਿਲਾਂ ਅਨਾਉਂਸ ਕਰਨਾ ਚਾਹੀਦਾ ਕਿ ਬਾਅਦ ਚ? ਭਾਈ ਮੇਰੀ ਗੱਲ ਸੁਣੋ, ਸਾਡੀ ਮਰਜ਼ੀ। ਕੌਣ ਹੁੰਦਾ ਤੁਸੀਂ? ਮਤਲਬ ਤੁਸੀਂ ਦਖਲ ਦੇਣ ਵਾਲੇ ਕੌਣ ਹੁੰਦੇ ਹੋ? ਮੈਨੂੰ ਗੱਲ ਦੱਸੋ। ਸਾਡੀ ਮਰਜ਼ੀ, ਅਸੀਂ ਕਦੇ ਅੱਜ ਕਰੀਏ ਜਾਂ ਅਸੀਂ ਪਰਸੋਂ ਕਰੀਏ ਜਾਂ ਚੌਥੇ ਕਰੀਏ, ਇਹ ਲੋਕਾਂ ਦੇ ਛੱਡੀਏ ਨਾ। ਇਹ ਫੈਸਲਾ ਨਾ ਤੁਸੀਂ ਕਰਨਾ ਨਾ ਅਸੀਂ ਕਰਨਾ। ਹਾਂ, ਇੰਨੀ ਗੱਲ ਮੈਂ ਜ਼ਰੂਰ ਕਹਿਣਾ ਕਿ ਭਾਈ ਲੋਕਾਂ ਦੇ 2 ਸਵਾਲ ਜੀ ਕਿ ਸਾਨੂੰ ਇਸ ਕਿਚੜ ਚੋਂ ਕੱਢੂ ਕੌਣ ਤੇ ਕਿਵੇਂ? ਉਹ ਰੋਡ ਮੈਪ ਕੀ ਹੈ? ਉਹ ਜ਼ਰੂਰੀ, ਚਾਹੇ ਉਹ ਕਿਸਾਨੀ ਹੈ, ਚਾਹੇ ਉਹ ਗਵਰਨੈਂਸ ਰਿਫਾਰਮਸ ਨੇ। ਦੇਖੋ ਭਾਈ, ਤੁਸੀਂ ਤਹਿਸੀਲ 'ਚ ਜਾਓ, ਕਰਪਸ਼ਨ ਹੈ। ਤੁਸੀਂ ਬਰਥ ਸਰਟੀਫਿਕੇਟ ਲੈਣਾ ਹੋਵੇ, ਕਰਪਸ਼ਨ ਹੈ। ਤੁਸੀਂ ਮਿਊਨਿਸਪੈਲਿਟੀ ਦੇ ਵਿੱਚ ਜਾਓ, ਉੱਥੇ ਠਾਂ ਕਰਦੀ ਕਰਪਸ਼ਨ ਹੈ। ਤੁਸੀਂ ਥਾਣਿਆਂ 'ਚ ਜਾਓ, ਮੈਂ ਇੱਥੇ ਥਾਣਿਆਂ ਦੇ ਵਿੱਚ ਇੱਕ ਖਸਰਾ ਨੰਬਰ ਦੇ ਉੱਤੇ 8-8 ਪਲਾਟ ਵਿਕਦੇ ਦੇਖੇ ਜੀਰਕਪੁਰ, ਸਮਝ ਨਹੀਂ? ਤੇ ਭਾਈ ਜੇ ਮੈਂ ਇਹਦਾ ਹੱਲ ਕਰਨਾ ਹੋਵੇ, ਮੈਂ ਉਮਰ ਭਰ ਲੱਗਿਆ ਰਹਾ, ਮੇਰੇ ਤੋਂ ਹੱਲ ਨਹੀਂ ਹੋਣਾ। ਲੇਕਿਨ ਜੇ ਮੈਂ ਗਵਰਨੈਂਸ ਕਰ ਦਿਆਂ ਔਰ ਮੈਂ ਕਹਾਂ ਘਰੇ ਬੈਠੇ ਤੁਸੀਂ ਆਪਣਾ ਸਮਾਨ ਪੰਚ ਕਰੋ ਤੇ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਆਊ, ਤੇ ਉਹਦੇ 'ਚ ਕੀ ਗਲਤ ਹੈ? ਮੈਂ ਐਡਵਰਟਾਈਜ਼ਮੈਂਟ ਪਾਲਿਸੀ ਲਿਆਂਦੀ ਸੀ, ਆ ਬੋਰਡਾਂ ਦੇ ਪੈਸੇ ਖਾਈ ਤੁਰੀ ਜਾਂਦੇ ਰਲ ਮਿਲ ਕੇ, ਠੀਕ ਹੈ। 50 ਲੱਖ ਲੁਧਿਆਣਾ ਕਮਾਉਂਦਾ ਸੀ। ਮੈਂ ਪਹਿਲੀ ਆਨਲਾਈਨ ਪਾਲਿਸੀ ਲਿਆਂਦੀ ਤੇ 38 ਕਰੋੜ ਰੁਪਈਆ ਆਇਆ। ਜਿੱਥੇ 50 ਲੱਖ ਆਉਂਦੇ ਉਹਦੇ 38 ਕਰੋੜ ਰੁਪਈਆ ਆਇਆ ਤੇ ਉਹ ਮਾਂ ਮਰ ਗਈ ਜਿਹੜੇ ਕਮਾਉਂਦੇ ਸੀ। ਇਹ ਸਿਸਟਮ ਰੈਜ਼ਿਸਟ ਕਰਦਾ ਹੈ। 2007 ਦੇ ਵਿੱਚ ਗਵਰਨੈਂਸ ਸੀ। ਬੰਦਾ ਘਰੇ ਬੈਠਾ ਸਿੰਗਲ ਵਿੰਡੋ ਸਿਸਟਮ ਦੇ ਉੱਤੇ ਪੰਚ ਮਾਰ ਕੇ ਆਪਣੇ ਕੰਪਿਊਟਰ ਦੇ ਉੱਤੋਂ ਪਰਮਿਸ਼ਨ ਕਿਉਂ ਨਾ ਲਵੇ? ਬੰਦਾ ਬਰਥ ਸਰਟੀਫਿਕੇਟ, ਡੈਥ ਸਰਟੀਫਿਕੇਟ, ਲਾਇਸੈਂਸ ਘਰੇ ਬੈਠ ਕੇ ਕਿਉਂ ਨਾ ਲਵੇ? ਘਰ ਦਾ ਨਕਸ਼ਾ ਬਣਾਉਣਾ ਹੋਵੇ ਤੇ 45 ਦਿਨਾਂ ਦੇ ਵਿੱਚ ਆਰਕੀਟੈਕਟ ਤੋਂ ਲੈ ਕੇ ਪਾ ਕੇ, ਜੇ ਜਵਾਬ ਨਹੀਂ ਆਉਂਦਾ ਅਫਸਰ ਦਾ, ਡੀਮ ਟੂ ਬੀ ਪਾਸਡ,
45 ਉਹ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣੇ ਕਹਿੰਦੇ ਮੈਂ ਬਹੁਤ ਚਿਰ ਪਹਿਲਾਂ ਕਰਾ ਅੱਛਾ ਆਨਲਾਈਨ ਕਰਤਾ ਸਿਸਟਮ ਬੜਾ ਕਰਤਾ 2007 ਤੋਂ ਲੈ ਕੇ ਇਹਨੇ ਬਤਾਊ ਕਰਤਾ। ਮਤਲਬ ਇਹ ਤਾਂ ਮਤਲਬ ਚੋਰੀ ਨੂੰ ਪ੍ਰੋਟੈਕਟ ਕਰਨ ਦੇ ਲਈ ਆਪਣੀ ਜਾਨ ਦੇ ਦੇ ਸੁੱਖਾ ਗੱਪੀ। ਮਤਲਬ ਗਪੌੜ ਸ਼ੰਕਾ ਇਹ ਬੰਦਾ ਹੈ। ਉਹ ਕਹਿੰਦੇ infrastructure ਕੈਲੀਫੋਰਨੀਆ ਸਭ ਬਣਾ ਤੋਂ- ਦੂੰ, ਹਾਂ। ਮੱਛੀਆਂ ਫੜਿਓ, ਮੈਂ ਬੱਸਾਂ ਚਲਾਉਂ ਪਾਣੀ ਦੇ ਵਿੱਚ, ਮੱਛੀਆਂ ਫੜਦੇ ਆਇਓ, ਫਿਰ ਤੁਸੀਂ ਬੰਬਾਂ ਵਾਲੀਆਂ ਸੜਕਾਂ ਬਣਾ ਦੂੰ, ਫਿਰ ਕੈਲੀਫੋਰਨੀਆ ਬਣਾ ਦੂੰ। ਇਹ ਬੰਦਾ ਕੋਈ ਤੇ ਨਾਲ ਹੀ ਭਗਵੰਤ ਦੀ ਗੱਲ ਕਰੀਏ, ਉਹ ਕਹਿੰਦਾ ਮੇਰੇ ਜੱਜ ਰਹੇ ਨੇ, ਮੈਂ ਬਹੁਤ ਰਿਸਪੈਕਟ ਕਰਦਾ ਉਹਨਾਂ ਤੇ ਦੀ, ਮੈਂ ਉਹਦੀ ਰਿਸਪੈਕਟ ਪਰ ਕਈ ਵਾਰੀ ਵੱਧ ਘੱਟ ਬੋਲ ਦਿੰਦੇ ਨੇ। ਮੈਂ ਕਹਿੰਦਾ ਮੇਰੀ ਗੱਲ ਨੂੰ ਸੁਣੋ ਭਾਈ, ਮੈਂ ਤੇ ਆਪ ਮੰਨਦਾ ਮੈਂ ਖਾਮੀਆਂ ਦਾ ਪੁਤਲਾ, ਪਰ ਮੇਰੇ ਵਰਗਾ ਰੋਡ ਮੈਪ ਕੋਈ ਦਵੇ ਮੈਂ ਉਹਦੇ ਮਗਰ ਤੋਂ ਓਕੇ ਓਕੇ। ਪਰ ਸਿੱਧੂ ਸਾਹਿਬ ਕਾਪੀਆਂ ਮਾਰ ਦਿਓ। ਦੂਜੀ ਗੱਲ, ਤੁਹਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਸਿਰੇ ਦਾ ਫਰਾਡ ਹੈ, ਸਿਰੇ ਦਾ। ਮਤਲਬ ਅੱਜ ਤੱਕ ਉਹ ਅਮਰੀਕਾ ਕੈਨੇਡਾ ਵਾਪਸ ਨਹੀਂ ਜਾ ਸਕਿਆ। ਉਹਨੂੰ ਅੱਜ ਵੀ ਲੋਕ ਪੁੱਛਦੇ ਦੱਸੋ ਇਸ ਹਿਸਾਬ ਦੇ ਸਾਨੂੰ। ਬੰਦਾ ਕਹਿੰਦਾ 8 ਲੱਖ ਨੌਕਰੀ ਦਊਂ, 440 ਦਿੱਤੀ ਹੈ। ਕਹਿੰਦਾ ਟੀਚਰਾਂ ਤੋਂ ਟੰਕੀਆਂ ਤੋਂ ਲਾਉਂਗਾ, 22,000 ਟੀਚਰ 'ਚ ਮੈਂ ਬੈਠ ਕੇ ਉਹ ਕਹਿੰਦਾ ਬੰਧੂਆ ਮਜ਼ਦੂਰ ਬਣਾ ਕੇ ਰੱਖਿਆ। ਸਭ ਤੋਂ ਪਹਿਲਾਂ ਕਾਲੇ ਕਾਨੂੰਨ ਨੂੰ ਨੋਟੀਫਾਈ ਕਰਨ ਵਾਲਾ ਇਹ ਬੰਦਾ ਸੀ। ਇਹਦਾ SYL ਦੇ ਉੱਤੇ ਕੀ ਸਟੈਂਡ ਹੈ? ਜਦੋਂ ਰਾਇਟਸ ਹੁੰਦੀਆਂ ਸੀ ਦਿੱਲੀ ਦੇ ਵਿੱਚ ਇੱਕ ਕਮਿਊਨਿਟੀ ਦੇ ਖਿਲਾਫ, ਇਹ ਪਿੱਠ ਕਰੀ ਖੜਾ ਸੀਗਾ, ਕਮਰਾ ਐ ਲੋਕ ਕੇ ਚੂਹੇ ਵਾਂਗੂ ਘਰੇ ਦੁਬਕਿਆ ਬੈਠਾ ਸੀਗਾ। ਇਹ ਬੰਦਾ ਹੈ। ਤੇ ਜਦੋਂ ਸਿੱਧੂ ਇੱਥੇ ਤਸਕਰਾਂ ਨਾਲ ਲੜਦਾ ਸੀ, ਜਦੋਂ ਸਿੱਧੂ ਰੇਤ ਮਾਈਨਿੰਗ ਦੀ ਪਾਲਿਸੀ ਲਿਆਉਂਦਾ ਸੀ, ਜਦੋਂ ਸਿੱਧੂ ਇੱਥੇ ਪਹਿਲੀ ਕੈਬਨਿਟ ਦੇ ਵਿੱਚ ਸ਼ਰਾਬ ਮਾਫੀਆ ਨਾਲ ਲੜਦਾ ਸੀ, ਇਹ ਗੋਡੇ ਲਾ ਕੇ ਮਜੀਠੀਏ ਦੇ ਬੂਟ ਚੱਟ ਕੇ ਮਾਫੀ ਮੰਗਦਾ ਸੀ। ਇਹਨੂੰ ਸ਼ਰਮ ਨਾ ਆਈ ਹੋਏ ਵੀ ਤੂੰ ਮਾਫੀ ਮੰਗਦਾ ਓਏ? ਉਦੋਂ ਤੇ ਭਗਵੰਤ ਮਾਨ ਨੇ ਵੀ ਇੱਕ ਵਾਰੀ ਅਸਤੀਫਾ ਦੇ ਦਿੱਤਾ। ਅਸਤੀਫਾ ਦੇਤਾ ਸੀ ਭਗਵੰਤ ਨੇ। ਉਹਨੂੰ ਪੁੱਛ ਕਿਉਂ ਔਖਾ ਹੋਇਆ ਸੀ ਇਹਦੇ ਨਾਲ? ਮੈਨੂੰ ਤਾਂ ਤੂੰ ਗੁਰੂ ਕਹਿਣਾ। ਚੱਲ ਮੈਂ ਤਾਂ ਤੈਨੂੰ ਹਮੇਸ਼ਾ ਹੀ ਪਿਆਰ ਕੀਤਾ, ਮੈਂ ਤਾਂ ਕਦੇ ਤੇਰੇ ਖਿਲਾਫ ਬੋਲਣਾ ਹੀ ਨਹੀਂ ਜਦ ਤੱਕ ਤੂੰ ਸੱਤਾਧਾਰੀ ਨਹੀਂ ਪਰ ਹੋਏਗਾ। ਹੁਣ ਤੇ ਮੁਕਾਬਲਾ ਹੋਊਗਾ ਸਿੱਧੂ ਸਾਹਿਬ, ਬੋਲਣਾ ਹੀ ਪਊਗਾ, ਬੋਲਣਾ ਹੀ ਬੱਚਿਆਂ ਨਾਲ ਪਊਗਾ। ਕਾਹਦਾ ਮੁਕਾਬਲਾ ਹੁੰਦਾ? ਜਦੋਂ ਸੱਤਾ ਤੇਰੇ ਕੋਲ ਆਊ, ਜੇ ਲੋਕਾਂ ਨੇ ਦਿੱਤੀ ਤੇ ਤਾਂ ਮੈਂ ਦੇਖੂੰ ਵੀ ਤੂੰ ਕੀ ਕਰਦਾ। ਹਜੇ ਤੇ ਤੈਨੂੰ ਅਜਮਾਇਆ ਹੀ ਕੁਛ ਨਹੀਂ ਭਾਈ। 10 ਸਾਲ ਤੁਸੀਂ MP ਰਹੇ ਹੋ, ਕੀ ਕੀਤਾ ਦਿਖਾਓ। ਮੈਂ ਦੇਖੋ ਸਵਾਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ, ਔਰ ਤੁਸੀਂ ਦਿਖਾਓ ਜੋ ਲੋਕ ਕਹਿਣਗੇ ਮੈਂ ਮੰਨੂ। ਮੈਂ ਤਾਂ ਕਦੇ ਲੋਕਾਂ ਦੀ ਉਸ ਦੇ ਵਿੱਚ ਆਇਆ ਨਹੀਂ, ਔਰ ਮੈਂ ਇਹਦੇ ਖਿਲਾਫ ਕਦੇ ਇੱਕ ਸ਼ਬਦ ਬੋਲਿਆ ਨਹੀਂ। ਇਲੈਕਸ਼ਨ ਤੱਕ ਬੋਲੂੰਗਾ ਵੀ। ਸਿੱਧੂ ਸਾਹਿਬ ਫਿਰ ਤੁਸੀਂ ਕਹੋਗੇ ਚੀਫ ਮਿਨਿਸਟਰ ਵਾਲੇ ਪਾਸੇ ਤੁਰ ਪਏ, ਤੁਸੀਂ ਇੰਨਾ ਫਿਕਰ ਨਾ ਕਰੋ। ਤੁਹਾਡੇ 4 ਮੰਤਰੀ ਨੇ, ਬ੍ਰਹਮ ਮਹਿੰਦਰਾ ਜੀ, ਸੁਖਜਿੰਦਰ ਰੰਧਾਵਾ ਜੀ, ਤ੍ਰਿਪਤ ਬਾਜਵਾ ਜੀ ਤੇ ਰਾਣਾ ਗੁਰਜੀਤ, ਉਹਨਾਂ ਨੇ ਕਹਿ ਦਿੱਤਾ ਵੀ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਹਣਾ ਨੂੰ ਐਲਾਨ ਦੇਣਾ ਚਾਹੀਦਾ। ਉਹ ਅੱਜ ਬੋਲੇ ਹੈ। ਉਹ ਤੇ ਕੈਪਟਨ ਅਮਰਿੰਦਰ ਸਿੰਘ ਦੇ ਦੌਰਾਨ ਸਾਈਨਾਂ ਕਰ ਕਰਕੇ 6-6 ਬੰਦੇ 8-8 ਬੰਦੇ ਮੇਰੇ ਖਿਲਾਫ ਬੋਲੇ। ਮੈਂ ਬੋਲਿਆ ਕਦੇ? ਪਰ ਉਹ ਤੇ ਤੁਹਾਡੇ ਨੇੜੇ ਬਹੁਤ ਮੈਂ ਕਹਿੰਦਾ ਮੇਰੀ ਗੱਲ ਜਦੋਂ ਕੈਪਟਨ ਦਾ ਪਲਟਾ ਪਲਟਾਉਣਾ ਸੀ, ਉਦੋਂ ਤੇ ਤੁਸੀਂ ਕਿਉਂ ਖਿਚੜੀ ਸੀ? ਜਦੋਂ ਕੈਪਟਨ ਨੂੰ ਲਾਉਣਾ ਸੀ ਉਦੋਂ ਕਿਉਂ ਚਾਹੀਦਾ ਸੀ? ਠੀਕ ਹੈ, ਰਿਸਕੀ ਤੁਹਾਡਾ ਮਤਲਬ ਉਦੋਂ ਵਰਤਿਆ ਤੁਹਾਨੂੰ? ਮੈਂ ਕਿਹਾ ਬਿਲਕੁਲ ਨਹੀਂ, ਮੈਨੂੰ ਵਰਤਣ ਵਾਲਾ ਜੰਮਿਆ ਨਹੀਂ ਧਰਤੀ ਤੇ। ਓਕੇ, ਸਮਝਿਆ ਨਹੀਂ? ਪਤਾ ਲੱਗਾ ਮੈਂ ਆਪਣੀ ਚੰਨੀ ਨੂੰ ਨਹੀਂ ਪਤਾ ਲੱਗਾ ਤੁਹਾਨੂੰ ਇੱਥੋਂ ਆਪ ਲੈ ਕੇ ਗਏ, ਗੱਡੀ ਚਲਾ ਕੇ ਡਰਾਈਵਰ ਬਣ ਕੇ। ਮੇਰੀ ਗੱਲ ਨੂੰ ਸੁਣੋ, ਕੋਈ ਵੀ ਬੰਦਾ ਮੇਰਾ ਕੁਲੀਗ ਸਤਿਕਾਰਯੋਗ ਹੈ, ਮੈਂ ਉਹਦੇ ਖਿਲਾਫ ਬੋਲਿਆ? ਤੁਸੀਂ ਬੁਲਾਉਣ ਦੀ ਕੋਸ਼ਿਸ਼ ਨਾ ਕਰੋ। ਨਹੀਂ ਨਹੀਂ, ਦੂਜੀ ਗੱਲ ਨਹੀਂ, ਅਸੀਂ ਨਹੀਂ ਇਹ, ਚਾਹੁੰਦੇ। ਦੂਜੀ ਗੱਲ ਇਹ ਕਿ मैं कदे रिएक्ट नहीं किया। कोई मेरे बारे, दुनिया में सबसे बड़ा रोग मेरे बारे में क्या कहेंगे लोग, मैं अंदर छुपे परमात्मा ਨੂੰ ਜਵਾਬ ਦਈਆਂ, ਪੰਜਾਬ ਦੇ ਲੋਕਾਂ ਨੂੰ ਜਵਾਬ ਦਈਆਂ। ਮੈਂ ਕਦੇ ਕਿਸੇ ਨੂੰ ਬੁਰਾ ਭਲਾ ਨਹੀਂ ਕਿਹਾ, ਖਾਸ ਤੌਰ ਦੇ ਉੱਤੇ ਕਿਸੇ ਵਰਕਰ ਨੂੰ ਵੀ ਨਹੀਂ ਕਿਹਾ, ਸਮਝੇ ਨਹੀਂ? ਪਰ ਜਿਹੜੇ 3 ਮਹੀਨੇ ਪਹਿਲਾਂ ਤੁਹਾਡੇ ਤੋਂ ਸਾਹ ਨਹੀਂ ਭਰਦੇ, ਤੁਹਾਨੂੰ ਆਵਾਜ਼ਾਂ ਮਾਰਦੇ ਕਿੱਥੇ ਚਲ ਗਿਆ ਸਿੱਧੂ, ਤੇ ਅੱਜ ਉਹਨਾਂ ਨੂੰ ਕਿਉਂ ਲੱਗਦਾ ਵੀ ਇਹਨੂੰ ਦੂਰ ਕਰੀਏ? ਮੈਂ ਜਿਹੜਾ ਪਹਿਲਾ ਸਵਾਲ ਸੀ ਉਹਨੇ ਤੇ ਨਹੀਂ ਡਰ ਕਿਤੇ। ਮੇਰੀ ਗੱਲ ਨੂੰ ਬੜੇ ਸਿੰਪਲ ਜੀ ਗੱਲ ਹੈ, ਇਹ ਸਿਸਟਮ ਬੜਿਆਂ ਨੂੰ ਮੁਨਾਫੇ ਦਿੰਦਾ। ਆ ਗਈ ਨਾ ਗੱਲ, ਫਿਰ ਮੰਨ ਗਏ ਨਾ ਤੁਸੀਂ? ਨਹੀਂ, ਮੈਂ ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਕਰ ਰਿਹਾ। ਨਹੀਂ, ਮੈਂ ਜਨਰਲੀ ਗੱਲ ਕਰ ਰਿਹਾ। ਮਤਲਬ ਇੱਕ ਕੈਪਟਨ ਲੁਕਾਇਆ, ਮੈਂ ਕਹਿੰਦਾ ਯਾਰ ਵੇਖੋ ਮੇਰੀ ਗੱਲ ਨੂੰ ਸੁਣੋ, ਤੁਸੀਂ ਜੋ ਮਰਜ਼ੀ ਬੋਲੀ ਜਾਓ, ਉਹਦਾ ਕੋਈ ਅਸਰ ਨਹੀਂ ਹੈ ਮੇਰੇ ਤੇ। ਮੈਂ ਇਹ ਕਹਿੰਦਾ ਕਿ ਇਹ ਸਿਸਟਮ 50,000 ਕਰੋੜ ਰੁਪਏ ਚੋਰੀ ਕਰਦਾ, ਫਿਰ ਇਹ 75-25 ਖੇਡਦਾ, ਮੇਰੀ ਵਾਰੀ ਤੇਰੀ ਵਾਰੀ, ਉਹੀ ਮਸ਼ੀਨਰੀ ਹੈ, ਉਹੀ ਲੋਕ ਨੇ, ਬਦਲ ਜਾਂਦੇ ਨੇ, ਪੈਸੇ ਕਿੱਥੋਂ ਕਿੱਥੇ ਜਾਂਦੇ ਨੇ ਸਭ ਨੂੰ ਪਤਾ ਹੈ। ਜਿਹੜੀ ਮੇਰਾ ਤਾਂ ਨਹੀਂ ਹੈ। ਮੇਰੀ ਗੱਲ ਸੁਣੋ, ਚਿੰਤਾ ਕਦੇ ਨਹੀਂ, ਜਿਹੜਾ ਸਮਾਂ ਚਿੰਤਾ 'ਚ ਗਿਆ ਕੂੜੇਦਾਨ 'ਚ ਗਿਆ, ਜਿਹੜਾ ਸਮਾਂ ਚਿੰਤਨ 'ਚ ਗਿਆ ਉਹ ਪੁੰਨ ਦੀ ਚੋਰੀ 'ਚ ਗਿਆ। ਮੈਂ ਚਿੰਤਨ ਕਰਦਾ, ਇਸ ਕਰਕੇ ਮੈਂ ਤੁਹਾਨੂੰ ਅੱਜ ਇੱਕ ਗੱਲ ਠੋਕ ਕੇ ਕਹਿਣਾ ਕਿ ਨਾ ਕਿਸੇ ਮਿਨਿਸਟਰ ਨੇ ਤੈਅ ਕਰਨਾ, ਕਿਉਂਕਿ ਉਹ ਮਿਨਿਸਟਰ ਹੈ ਹੀ ਨਹੀਂ ਅੱਜ। ਤੁਸੀਂ ਉਹਨੂੰ ਮਿਨਿਸਟਰ ਮੰਨੀ ਜਾਂਦੇ ਹੋ, ਮੈਂ ਉਹਨੂੰ ਕੱਖ ਦਾ ਨਹੀਂ ਮੰਨਦਾ ਅੱਜ, ਕਿਉਂਕਿ ਉਹ ਮਿਨਿਸਟਰ ਹੈ ਹੀ ਨਹੀਂ, ਨਾ ਮੈਂ ਆ ਭਾਈ। ਅੱਜ ਤੇ ਅਸੀਂ ਨਹੀਂ, ਫਿਰ ਅਸੀਂ ਕਿੱਥੇ ਐਮਐਲਏ? ਸਰਕਾਰ ਖਤਮ ਹੋ ਗਈ, ਕਿਹਨੇ ਕਿਹਾ ਤੁਹਾਨੂੰ?
ਗਲਤ ਕਹਿ ਰਹੇ ਹੋ ਤੁਸੀਂ, ਕਰੈਕਟ ਕਰੋ ਆਪਦੇ ਆਪ। ਮੁੱਖ ਮੰਤਰੀ ਮੈਂ ਮਿਨਿਸਟਰ ਕਿਹਾ ਤਾਂ ਹੈ ਹੀ ਨਹੀਂ ਜੀ। ਬਿਲਕੁਲ ਨਹੀਂ ਹੈ। ਕੋਡ ਆਫ ਕੰਡਕਟ ਲੱਗ ਗਿਆ। ਕੋਡ ਆਫ ਕੰਡਕਟ ਖਤਮ ਹੋ ਗਈ, ਉਹਦੀ ਪਾਵਰ ਹੀ ਨਹੀਂ ਹੈ ਕੋਈ ਚਲੋ ਸੁਖਜਿੰਦਰ ਸਿੰਘ ਰੰਧਾਵਾ ਤੇ ਹੈਗਾ ਨਾ ਜੀ। ਬਿਲਕੁਲ ਦੇਖੋ ਯਾਰ, ਗਲਤ ਗੱਲਾਂ ਕਰ ਰਹੇ ਹੋ। ਤ੍ਰਿਪਤ ਬਾਜਵਾ ਤੇ ਹੈਗਾ ਨਾ ਜੀ। ਬਿਲਕੁਲ ਗਲਤ ਗੱਲਾਂ ਕਰ ਰਹੇ ਹੋ। ਇੱਕ ਹੁਣ ਸਿੱਧੀ ਤੁਸੀਂ ਗੱਲ ਕਰਦਾ, ਦੇਖੋ ਆਪਦੀ ਲੀਡਰ ਤੇ ਹੈਗੇ ਹੀ ਨੇ। ਦੇਖੋ ਯਾਰ ਆਪਦੀ ਦੇਖੋ ਯਾਰ ਗੱਲ, ਹੁਣੇ ਮਿਨਿਸਟਰ ਕਹਿ ਰਹੇ ਸੀ, ਹੁਣੇ ਕੁਝ ਹੋਰ ਕਹਿ ਰਹੇ ਹੋ। ਦੇਖੋ ਗਲਤੀ ਨੂੰ ਆਪਦੀ ਨੂੰ ਜਸਟੀਫਾਈ ਨਾ ਕਰੋ। ਅੱਜ ਦੀ ਡੇਟ ਦੇ ਵਿੱਚ ਕੋਈ ਐਮਐਲਏ ਨਹੀਂ, ਸਰਕਾਰ ਖਤਮ ਹੋ ਚੁੱਕੀ ਹੈ। ਤੁਹਾਡੇ ਲੀਡਰ ਤਾਂ ਔਰ ਹੈਗੇ ਜੀ। ਯਾਰ ਫਿਰ ਲੀਡਰ ਨੂੰ ਹੁਣ ਮੈਂ ਲੀਡਰ ਕੌਣ ਆ? ਫਿਰ ਲੀਡਰ minister ਮੰਨ ਹੋਣਾ ਗਾ, ਫਿਰ ਲੈਂਦੇ, ਆਪੇ ਲੀਡਰ ਮੰਨ ਕਹੀਏ। ਲੈਂਦੇ। ਫਿਰ ਆਪੇ ਚਲੋ ਗਲਤੀ ਮੰਤਰੀ ਨੂੰ ਛੱਡ ਦਿਓ, ਲੀਡਰ ਮੰਨ ਲੈਂਦੇ। ਮੰਨੋ ਨਾ, ਅੱਜ ਦੀ ਡੇਟ 'ਚ ਕੋਈ ਹੈ ਹੀ ਨਹੀਂ ਕੁਛ। ਅੱਜ ਦੀ ਡੇਟ 'ਚ ਲੋਕ ਨੇ ਸਭ ਕੁਛ। ਪੰਜਾਬ ਦੇ ਲੋਕਾਂ ਨੇ ਇਹ ਤੈਅ ਕਰਨਾ ਹੈ ਕਿ ਉਹਨੇ ਕਿਹਨੂੰ ਐਮਐਲਏ ਬਣਾਉਣਾ ਤੇ ਉਹਨੇ ਕਿਹਨੂੰ ਐਮਐਲਏ ਬਣਾ ਕੇ ਉਸ ਤੋਂ ਬਾਅਦ ਸੀਐਮ ਬਣਾਉਣ ਜੋਗਾ ਰੱਖਣਾ, ਜਾਂ 30-35 ਕੀ ਰਹਿ ਜਾਣਗੇ ਜਾਂ 40 ਰਹਿ ਜਾਣਗੇ। ਇਹ ਅਸੰਖਿਆ ਸੰਭਾਵਨਾਵਾਂ ਨੇ, ਪੋਸੀਬਲ ਬਟ ਨਾਟ ਪ੍ਰੋਬੇਬਲ। ਇਹ ਇਸ ਗੱਲ ਨੂੰ ਸਮਝਣਾ ਚਾਹੀਦਾ। ਤੇ ਜੇ ਇਹ ਸਹੀ ਹੈ ਜੋ ਮੈਂ ਕਹਿ ਰਿਹਾ, ਇਸ ਕਰਕੇ ਅਹੰਕਾਰ ਨਾ ਕਰੇ ਬੰਦਾ। ਪਹਿਲਾਂ ਇੱਕ ਪਾਲਿਸੀ ਦੇ ਰਾਹੀਂ ਇੰਨਾ ਕੁ ਤਾਕਤਵਰ ਹੋ ਜੇ ਕਿ ਉਹ ਇਕੱਠੇ ਹੋ ਕੇ ਆਪਣਾ ਚੀਫ ਮਿਨਿਸਟਰ ਚੁਣ ਲੈਣ। ਮੈਨੂੰ ਤਾਂ ਨਹੀਂ ਲੱਗਦਾ ਕਿ ਅੱਜ ਤੱਕ ਲੋਕਾਂ ਨੇ ਕੋਈ ਮਨ ਬਣਾਇਆ ਕਿ ਉਹ ਇੱਕ ਪਾਸੇ ਜਾਣਗੇ। ਜਿੱਦਣ ਉਹ ਮਨ ਕਲੈਰਿਟੀ ਆਏਗੀ ਔਰ ਉਹ ਮਨ ਬਣਾ ਲੈਣਗੇ ਤਾਂ ਦੁਨੀਆ ਨੂੰ ਪਤਾ ਲੱਗੇਗਾ। ਔਰ ਪੰਜਾਬ ਇੱਕ ਪਾਸੇ ਵੱਧਦਾ ਹੈ। ਤੁਸੀਂ ਦੇਖਿਓ ਪਿਛਲੀ ਵਾਰ ਜਦੋਂ ਕਹਿੰਦੇ ਹੁੰਦੇ ਸੀਗੇ ਕਿ ਕੇਜਰੀਵਾਲ ਨੂੰ 110 ਸੀਟਾਂ ਆ ਰਹੀਆਂ, ਆਹੀ ਸੜੇ ਟੁੱਟੇ ਜੇ ਸਰਵੇ ਪੈਸੇ ਦੇ ਕੇ 4 ਇਹ ਕਰਵਾ ਕੇ ਆਪ ਹੀ ਆਪਣੀ ਮੂੰਹੋਂ ਸ਼ਾਦੀ ਮੁਬਾਰਕ, ਆਪਣੇ ਮੂੰਹੋਂ ਮੀਆਂ ਮਿੱਠੂ ਹੈ ਇਹ ਐਂ ਕਰਦਾ ਹੁੰਦਾ। 110 ਸੀਟਾਂ 115 ਸੀਟਾਂ ਅਰਵਿੰਦ ਕੋਈ ਕੇਜਰੀਵਾਲ ਹੈ ਨਹੀਂ। ਅਰਵਿੰਦ ਕਿੰਨੀਆਂ ਆਈਆਂ ਕੁਕੜੀ ਦੇ ਫੰਗਾ ਵਾਂਗ ਖਿਲ ਰਿਹਾ ਝਾੜੂ, ਅੱਜ ਤੱਕ ਇਕੱਠਾ ਨਹੀਂ ਕਰ ਸਕਿਆ ਇਹ ਬੰਦਾ। ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਵੀ ਜਿਹੜਾ ਸਰਵੇ ਕਰਾਇਆ ਉਹ 'ਚ 3% ਸਿੱਧੂ ਉਹ ਸਾਹਿਬ ਨੂੰ ਕਿਉਂ ਕਿਹਾ। ਸਿੱਧੂ ਨੂੰ ਕਿਉਂ ਲਿਆਂਦਾ? ਕਿਉਂਕਿ ਸਿੱਧੂ ਦੇ ਕਿਸੇ ਵੀ ਸਵਾਲ ਦਾ ਇਹਦੇ ਕੋਲ ਜਵਾਬ ਨਹੀਂ। ਇਹਦੇ ਰੋਜ਼ ਵੱਜਦਾ ਪੰਜਾਬ ਮਾਡਲ, ਠਾਂ ਕਰਦਾ, ਪੰਜੇ ਛਾਪ ਦਿੰਦਾ, ਇਹਨੂੰ ਜਵਾਬ ਨਹੀਂ ਆਉਂਦਾ। ਇਸ ਕਰਕੇ ਸਿੱਧੂ ਨੂੰ ਕਿਸੇ ਤਰੀਕੇ ਦਾ ਨੀਵਾਂ ਦਿਖਾਵੇ ਵੀ ਦੱਸ ਤੂੰ, ਤੇਰੀ ਆਪਦੀ ਲਾਈਨ ਹੈ ਓਏ ਪੱਟੂ, ਤੇਰੀ ਲਾਈਨ ਹੈ। ਤੂੰ ਆਮ ਆਦਮੀ ਪਾਰਟੀ ਬਾਰੇ ਸਵਾਲੋ, ਉੱਥੇ ਵੀ ਸਿੱਧੂ ਆ ਗਿਆ ਓਏ। ਦੁਰ ਫਟੇ ਮੂੰਹ ਤੇਰੇ ਹੈ, ਬੰਦਾ ਹੈ ਤੇ ਬੰਦੇ ਵਾਂਗ ਆ ਬੈਸ, ਦੱਸ ਵੀ ਤੇਰੀਆਂ ਚੋਰ ਮੋਰੀਆਂ ਹੈਣ ਕਿ ਨਹੀਂ ਹੈਣ। ਤੂੰ ਦੀਪ ਮਲਹੋਤਰੇ ਨੂੰ 2 ਜ਼ੋਨਾਂ ਦੀ ਪਾਲਿਸੀ ਬਦਲ ਕੇ 4 ਪਾਲਿਸੀ ਕੀਤੀ ਕਿ ਨਹੀਂ? ਤੂੰ ਪੌਂਟੀ ਚੱਡੇ ਦੇ ਬੰਦਿਆਂ ਨੂੰ ਠੇਕੇ ਦਿੱਤੇ ਕਿ ਨਹੀਂ? ਤੂੰ ਹਿਸਾਬ ਦਿੱਤਾ ਉਹਨਾਂ ਨੂੰ? ਤੂੰ 8 ਲੱਖ ਨੌਕਰੀ ਕਹਿ ਕੇ 440 ਦਿੱਤੀ ਕਿ ਨਹੀਂ? ਦੇ ਜਵਾਬ। ਤੂੰ ਕਾਲੇ ਕਾਨੂੰਨ ਨੋਟੀਫਾਈ ਕੀਤੇ ਕਿ ਨਹੀਂ? ਅੱਜ ਵੀ ਨੋਟੀਫਾਈਡ ਨੇ, ਇਸ ਗੱਲ ਦਾ ਦੇ ਜਵਾਬ। ਤੇਰੀ ਕੈਬਨਿਟ ਦੇ ਵਿੱਚ ਕੋਈ ਮਹਿਲਾ ਹੈ ਕਿ ਨਹੀਂ? ਤੂੰ ਦਿੱਲੀ ਦੇ ਵਿੱਚ ਕਿਸੇ ਨੂੰ 1000 ਦਿੱਤਾ ਕਿ ਨਹੀਂ? ਦੇ ਜਵਾਬ। ਤੇ ਜੇ ਤੇਰੇ ਕੋਲ ਜਵਾਬ ਨਹੀਂ ਹੈ ਤੇ ਫਿਰ ਇਹ ਸੜੀਆਂ ਜੀਆਂ ਪੁੱਠੀਆਂ ਜੀਆਂ ਤੇ ਟੁੱਚੀਆਂ ਜੀਆਂ ਸ਼ਰਾਰਤਾਂ ਨਾ ਕਰ। ਸਰ ਇੱਕ ਦੱਸੋ, ਜੇ ਇਹ ਨਾ ਕਹੋ ਜੇ ਕੀ ਹੁੰਦਾ, ਜੇ ਤੁਹਾਡੀ ਅਗਵਾਈ 'ਚ ਮੁੱਖ ਮੰਤਰੀ ਦੇ ਤੌਰ ਤੇ ਸਰਕਾਰ ਬਣ ਜਾਂਦੀ ਹੈ, ਸਭ ਤੋਂ ਪਹਿਲਾਂ, ਵੈਸੇ ਤਾਂ ਤੁਸੀਂ ਬਹੁਤ ਵਿਜ਼ਨ ਆਪਣੇ ਕਲੀਅਰ ਕਰ ਦਿੱਤੇ, ਸਭ ਤੋਂ ਪਹਿਲਾਂ ਸੈਕਟਰੀਏਟ ਦੀਆਂ ਪੌੜੀਆਂ ਚੜ੍ਹ ਕੇ ਕਿਹੜੇ ਫੈਸਲੇ ਤੇ ਦਸਤਖਤ ਕਰੋ? ਵੇਖੋ, ਮੈਂ ਕਦੇ ਵੀ ਖਿਆਲੀ ਪਲਾਓ ਨਹੀਂ ਬਣਾਉਣਾ। ਖਿਆਲੀ ਪਲਾਓ ਬਣਾਉਣਾ, ਮੈਂ ਐਂ ਕਰ ਦੂੰ, ਮੈਂ ਆਉਂ ਕਰ ਦੂੰ, ਇਹ ਅਹੰਕਾਰ ਦਰਸਾਉਂਦਾ ਲੋਕਾਂ 'ਚ। ਵੇਖੋ, ਲੋਕਤੰਤਰ ਅਹੰਕਾਰ ਸਹਿੰਦਾ ਹੀ ਨਹੀਂ। ਮੈਂ ਤੇ ਇਹ ਮੰਨਦਾ ਕਿ ਰੱਬ ਦੀ ਰਜ਼ਾ 'ਚ ਰਾਜ਼ੀ ਰਵਾਂ। ਜੇ ਏਜੰਡੇ ਨੂੰ ਪੂਰਾ ਕਰਨ ਦਾ, ਨਿਰਣਾ ਲੈਣ ਦਾ ਤਾਕਤ ਔਰ ਏਜੰਡੇ ਨੂੰ ਪੂਰੇ ਕਰਨ ਦੀ ਤਾਕਤ ਕਿਸੇ ਵੀ ਤਰੀਕੇ ਨਾਲ, ਛੋਟੀ ਵੱਡੀ, ਮੈਨੂੰ ਹਾਈ ਕਮਾਂਡ ਦਿੰਦੀ ਹੈ ਤੇ ਮੈਨੂੰ ਨੀਹਾਂ 'ਚ ਚਿਣਦੇ। ਜੇ ਏਜੰਡਾ ਨਹੀਂ ਹੈ, ਜੇ ਕੋਈ ਰੋਡ ਮੈਪ ਨਹੀਂ ਹੈ, ਤੇ ਇਕੱਲੀ ਸੱਤਾ ਹਾਸਲ ਕਰਨ ਲਈ ਝੂਠ ਵੇਚਣੇ ਆ, ਸੁਪਨੇ ਦਿਖਾਣੇ ਸਿੱਧੂ ਨਹੀਂ ਹੈ। ਮੈਂ ਕਹਿ ਚੁੱਕਿਆ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਧੋਖਾ ਨਹੀਂ ਦੇਵਾਂਗਾ। ਇਹ ਠੋਕ ਕੇ ਕਹਿ ਚੁੱਕਿਆ ਮੈਂ, ਅੱਜ ਨਹੀਂ, ਇਹ ਪਹਿਲਾਂ ਦਾ ਕਹਿ ਰਿਹਾ ਮੈਂ। ਔਰ ਮੈਂ 1 ਸਾਲ ਦਾ ਨੀਤੀਆਂ ਦੇ ਰਿਹਾ, ਚਾਹੇ ਉਹ ਕਿਸਾਨੀ ਨੀਤੀ ਹੋਵੇ, ਚਾਹੇ ਉਹ ਵਿਮਨ ਇੰਪਾਵਰਮੈਂਟ ਦੀ ਨੀਤੀ ਹੋਵੇ। ਮੈਂ ਔਰਤਾਂ ਨੂੰ, ਬਾਬੇ ਨਾਨਕ ਨੇ ਜੋ ਸਾਨੂੰ ਕਿਹਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ, ਮੈਂ ਉਹਨਾਂ ਨੂੰ ਇਕਨੋਮੀ ਦਾ ਅਟੂਟ ਹਿੱਸਾ ਬਣਾਉਣਾ ਚਾਹੁੰਦਾ, ਸ਼ੇਅਰ ਹੋਲਡਰ ਬਣਾਉਣਾ ਚਾਹੁੰਦਾ, ਅਗਲੀ ਜਨਰੇਸ਼ਨ 'ਚ ਇਨਵੈਸਟਮੈਂਟ ਕਰਨਾ ਚਾਹੁੰਦਾ, ਐਜੂਕੇਸ਼ਨ ਨੂੰ ਇਨਸੈਂਟੀਵਾਈਜ਼ ਕਰਨਾ ਚਾਹੁੰਦਾ, ਐਂਟਰਪ੍ਰੀਨਰਸ਼ਿਪ ਲਿਆਉਣਾ ਚਾਹੁੰਦਾ।
ਕਿ ਭਾਈ ਖੇਤੀ ਦੇ ਵਿੱਚ ਜੇ ਅਸੀਂ ਡਾਈਵਰਸਿਫਿਕੇਸ਼ਨ ਕਰਨੀ ਹੈ ਤੇ ਸਾਡੇ ਕੋਲ ਚੌਲ 8% ਅਸੀਂ ਖਾਂਦੇ ਹਾਂ ਤੇ ਅਸੀਂ ਕਿਉਂ ਦਾਲਾਂ ਨਾ ਉਗਾਈਏ? ਅਸੀਂ ਕਿਉਂ ਪਾਣੀ ਦੇ ਕਰਜ਼ੇ ਲੈ ਕੇ ਪਾਣੀ ਨੂੰ ਸੁਕਾਈ ਜਾਂਦੇ ਹਾਂ? ਤੇ ਇੱਕ ਕਿਲੋ ਚੌਲ ਦੇ ਪਿੱਛੇ 5000 ਲੀਟਰ ਪਾਣੀ ਲੱਗਦਾ ਹੈ, ਅਸੀਂ ਕਿਉਂ SYLਾਂ ਬਾਹਰ ਐਕਸਪੋਰਟ ਕਰੀ ਜਾਂਦੇ ਹਾਂ? ਭਾਈ ਅਸੀਂ ਦਾਲਾਂ ਤੇ, ਅਸੀਂ ਆਇਲ ਸੀਡਸ ਦੇ ਉੱਤੇ, ਅਸੀਂ ਮੱਕੀ ਦੇ ਉੱਤੇ ਐਤਕੀ MSP ਲੀਗਲ ਦਿਆਂਗੇ। ਇਹ ਗੱਲ ਕਿਸੇ ਨੇ ਅੱਜ ਤੱਕ ਕਹੀ ਸੀ? ਨੰਬਰ 1 ਕੋਲਡ ਸਟੋਰੇਜ ਬਣਾਵਾਂਗੇ, ਕਿਸਾਨ ਨੂੰ ਉਹਦਾ ਹੱਕ ਦਿਆਂਗੇ, ਮਾਰਕੀਟ ਇੰਟਰਵੈਂਸ਼ਨ ਸਕੀਮ ਲਿਆਵਾਂਗੇ। ਜੇ ਮੱਕੀ ਦੇ ਉੱਤੇ 1600 ਅਨਾਊਂਸ ਕੀਤੀ ਹੈ ਤੇ ਮਿਲੀ 1200 ਹੈ, 400 ਦਾ ਗੈਪ ਦਿਆਂਗੇ। ਭਾਈ ਵੇਅਰ ਹਾਊਸਿੰਗ ਦੇ ਵਿੱਚ ਜੇ ਕਣਕ ਕੋਈ 6 ਮਹੀਨੇ ਬਾਅਦ ਵੇਚਣੀ ਚਾਹੇ ਔਰ ਐਕਸਪਲੋਇਟ ਹੋ ਰਿਹਾ ਤੇ ਉਹਨੂੰ ਰੱਖਦੇ ਸਾਰ 80% ਦਿਆਂਗੇ। ਕੱਲ ਨੂੰ ਸਮਝੋ, ਕੋਲਡ ਸਟੋਰੇਜ, ਕੋਆਪਰੇਟਿਵ, ਜਿਸ ਤਰ੍ਹਾਂ ਅਮੂਲ ਹੈ, ਜਿਸ ਤਰ੍ਹਾਂ ਵੇਰਕਾ ਹੈ, ਇਹ ਕਦੇ ਕਿਸੇ ਨੇ ਗੱਲ ਕੀਤੀ ਸੀ ਅੱਜ ਤੱਕ? ਡਾਈਵਰਸਿਫਿਕੇਸ਼ਨ ਦੀ ਕਿਸੇ ਨੇ ਗੱਲ ਕੀਤੀ ਸੀ ਰੀਅਲਿਸਟਿਕਲੀ? ਮੈਂ ਕਹਿੰਦਾ ਜਿਸ ਤਾਕਤ ਲਈ ਤੁਸੀਂ ਲੜ ਰਹੇ ਹੋ ਭਾਈ, ਸਾਰੀਆਂ ਪਾਰਟੀਆਂ, ਉਸ ਤਾਕਤ ਨੂੰ ਤੁਸੀਂ ਸੈਂਟਰ ਦੇ ਅੱਗੇ ਠੂਠਾ ਲੈ ਕੇ ਮੁਹਤਾਜ ਬਣਾਉਣ ਦੇ ਲਈ ਵਰਤੋਗੇ, ਜਿਹੜਾ 25 ਸਾਲ ਦੀ ਵਰਤ ਰਹੇ ਹੋ ਤੁਸੀਂ, ਜਾਂ ਉਸ ਤਾਕਤ ਨੂੰ ਪੰਜਾਬ ਦੇ ਕਿਸਾਨ ਦਾ ਉત્ਥਾਨ ਔਰ ਉਹਦੇ ਮਜ਼ਦੂਰ ਦਾ ਉત્ਥਾਨ ਕਰਨ ਲਈ ਵਰਤੋਗੇ? ਮਜ਼ਦੂਰ ਨੂੰ ਇੱਕ ਥਾਂ ਤੇ 250 ਦਿਹਾੜੀ ਮਿਲਦੀ ਹੈ, ਦੂਜੇ ਥਾਂ ਤੇ 125 ਮਿਲਦੀ ਹੈ, ਨਾ ਉਹਦੀ ਕੋਈ ਰਜਿਸਟ੍ਰੇਸ਼ਨ ਹੁੰਦੀ, ਨਾ ਉਹਦੇ ਕੋਈ ਅਧਿਕਾਰ ਨੇ। ਫਿਰ ਤੇਲ ਵੱਧ ਗਿਆ 2 ਗੁਣਾ ਖਾਣ ਵਾਲਾ, ਪੈਟਰੋਲ ਡੀਜ਼ਲ ਦੁੱਗਣਾ, ਹਾਂਜੀ, ਗੈਸ ਦਾ ਸਿਲੰਡਰ ਦੁੱਗਣਾ, ਤੇ ਫਿਰ ਨਹੀਂ ਇੱਕ ਮਿੰਟ ਠਹਿਰ ਨਾ ਯਾਰ, ਫਿਰ ਉਹ ਜੇ ਦੁੱਗਣਾ ਹੋ ਗਿਆ ਤੇ ਭਾਈ ਮਜ਼ਦੂਰ ਦੀ ਦਿਹਾੜੀ 300 ਤੋਂ 600 ਕਿਉਂ ਨਹੀਂ? ਕਿਉਂਕਿ ਜਦੋਂ ਇਹ ਚੀਜ਼ਾਂ ਦੀ ਕੀਮਤ ਦੁੱਗਣੀ ਹੋ ਜਾਂਦੀ ਹੈ ਤੇ ਉਹਦੀ ਦਿਹਾੜੀ ਦੀ ਕੀਮਤ 250 ਦੀ 100 ਰੁਪਏ ਰਹਿ ਜਾਂਦੀ। ਇਹ ਕਦੇ ਕਿਸੇ ਨੇ ਸੋਚਿਆ? ਰਜਿਸਟ੍ਰੇਸ਼ਨ ਕੀਤੀ ਹੈ ਸਰਕਾਰਾਂ, ਕਿੰਨਾ ਹੀ ਅਨਾਊਂਸਮੈਂਟ ਕਰ ਲੈਣ, ਕੰਸਟਰਕਸ਼ਨ ਸੈਸ ਜਾਂਦਾ ਹੈ, ਕਿੱਥੇ ਮਿਲਦਾ ਮਜ਼ਦੂਰ ਨੂੰ? ਤੁਹਾਡੇ ਕੋਲ ਕਿਹੜੀ ਪਾਲਿਸੀ ਹੈ ਜਿਹੜੀ ਲੋਕਾਂ ਦੀ ਜ਼ਿੰਦਗੀ ਤਬਦੀਲ ਕਰੇਗੀ? ਇਹ ਰੋਡ ਮੈਪ ਕਿੱਥੇ ਹੈ? ਮੈਂ ਕਿਹਾ ਅਰਬਨ ਗਾਰੰਟੀ ਇੰਪਲੋਇਮੈਂਟ ਗਾਰੰਟੀ ਮਿਸ਼ਨ, 5 ਲੱਖ ਬੰਦਿਆਂ ਨੂੰ ਨੌਕਰੀ ਦੇਵਾਂਗੇ। ਅਕਾਲੀ ਦਲ ਕਹਿੰਦਾ ਹੈ ਕਿ ਤੁਸੀਂ ਜਿਹੜੀ ਹੈ ਰੰਜਸ ਦੇ ਤਹਿਤ ਤੇ ਕੰਮ ਕਰਦੇ ਹੋ, ਪਰਚੇ ਦਰਜ ਕਰਦੇ ਹੋ। ਮੈਂ ਬਿਕਰਮ ਮਜੀਠੀਆ ਦੇ ਪਰਚਾ ਦਰਜ ਕੀਤਾ। ਮੇਰੀ ਗੱਲ ਨੂੰ ਸੁਣੋ, ਜੇ ਪਰਚਾ ਦਰਜ ਸਿੱਧੂ ਦੇ ਕਹਿਣ ਦੇ ਉੱਤੇ ਹੋਣਾ 2018 ਚ ਹੁੰਦਾ। 2018 ਦੇ ਵਿੱਚ ਕੋਰਟ ਨੇ ਕਿਹਾ ਤੁਸੀਂ ਲੋਕ ਵੱਡੀਆਂ ਮੱਛੀਆਂ ਨੂੰ ਪ੍ਰੋਟੈਕਟ ਕਰਦੇ ਹੋ, ਤੁਸੀਂ ਸਿਰਫ ਛੋਟੇ ਬੰਦਿਆਂ ਨੂੰ ਫੜਦੇ ਹੋ। ਤੁਹਾਡਾ ਇਹਦੇ ਵਿੱਚ ਕੁਝ ਨਹੀਂ, ਮੇਰਾ ਇਹਦੇ ਵਿੱਚ ਕਿੱਥੋਂ ਆ ਭਾਈ? ਮੈਂ ਤਾਂ ਬੇਅਦਬੀ ਦੇ ਲਈ 6 ਸਾਲ ਰੋਂਦਾ ਰਿਹਾ, ਮਾਰ ਟਵੀਟ ਮੈਂ ਸੇਕਤੀ ਸੀ ਕੈਪਟਨ ਦੀ ਬੱਕੀ, ਲਾਇਆ ਕਿੱਦਾਂ ਉਹਨੂੰ? ਨੇ ਉਹ ਤਾਂ ਕਹਿੰਦੇ ਵੀ ਤੁਸੀਂ ਡੀਜੀਪੀ ਬਦਲਾ ਕੇ, ਮੇਰੀ ਗੱਲ ਸੁਣ, ਡੀਜੀਪੀ ਮੈਂ ਇਸ ਕਰਕੇ ਬਦਲਾਇਆ ਵੀ ਸੁਖਬੀਰ ਨੂੰ ਕਲੀਨ ਚਿੱਟ ਦੇਣ ਵਾਲਾ ਬੰਦਾ, ਸੁਖਬੀਰ ਨੂੰ ਕਲੀਨ ਚਿੱਟ ਦੇਣ ਵਾਲਾ ਬੰਦਾ, ਬਲੂ ਆਈਡ ਬॉय ਆਫ ਸੈਣੀ, ਤੁਸੀਂ ਡੀਜੀਪੀ ਲਾਤਾ ਹੋਏ, ਜਿਹਨੇ ਉਹਨੂੰ ਬਲੈਂਕਟ ਬੇਲ ਦਵਾਈ ਔਰ ਮੁੜ ਕੇ 6 ਮਹੀਨੇ ਬਾਅਦ ਨਵੀਂ ਸਿੱਟ ਨੇ ਆਪਣਾ ਉਹ ਦੇਣਾ ਸੀ। ਕਿਸ ਤਰ੍ਹਾਂ ਦੇ ਦੂ ਜਦੋਂ ਉਹਨੂੰ ਤਾਂ ਬਲੈਂਕਟ ਬੇਲ ਦਿੱਤੀ ਹੋਈ ਹੈ ਇਲੈਕਸ਼ਨ ਤੱਕ? ਤੁਸੀਂ ਜਦ ਤੱਕ ਉਹ ਕੜੀ ਨਹੀਂ ਜੋੜੋਗੇ, ਇਹਨਾਂ ਇਨਵੈਸਟੀਗੇਸ਼ਨ ਕਿਵੇਂ ਪੂਰੀ ਹੋਊ? ਤੇ ਨਵੇਂ ਤੇ ਕੀ ਗਲਤ ਕਰਤਾ ਮੈਨੂੰ ਇੱਕ ਗੱਲ ਦੱਸੋ? ਨਵਾਂ ਡੀਜੀਪੀ ਬਣਿਆ, ਨਵਾਂ ਐਡਵੋਕੇਟ ਜਨਰਲ ਬਣਿਆ, ਰਿਜ਼ਲਟ ਆਇਆ ਕਿ ਨਹੀਂ ਆਇਆ? ਚਾਹੇ ਪਹਿਲਾ ਸਟੈਪ ਭਾਈ, ਉਹ ਮੈਂ ਇਹੀ ਕਹਿ ਰਹੇ ਨਾ ਵੀ ਸਿੱਧੂ ਸਾਹਿਬ ਨੇ ਲਵਾਏ ਤੇ ਆਉਂਦਿਆਂ ਠੋਕਾ। ਸਰਦਾਰ ਸਾਹਿਬ ਤੁਸੀਂ ਇੰਨੇ ਸਿਆਣੇ ਹੋ ਕੇ ਇਹ ਕਿਵੇਂ ਸੋਚ ਸਕਦੇ ਹੋ ਕਿ ਨਵਜੋਤ ਸਿੰਘ ਸਿੱਧੂ ਵਕੀਲ ਹੈ ਜਾਂ ਨਵਜੋਤ ਸਿੰਘ ਸਿੱਧੂ ਕਹੂਗਾ? ਨਵਜੋਤ ਸਿੰਘ ਸਿੱਧੂ ਸ਼ੁਰੂ ਤੋਂ ਕਹਿੰਦਾ ਰਿਹਾ ਵੀ ਮੇਰੀ ਕਿਸੇ ਨਾਲ ਕੋਈ ਨਿੱਜੀ ਕਿੜ ਨਹੀਂ ਹੈ, ਤੇ 6 ਸਾਲ ਨਵਜੋਤ ਸਿੰਘ ਸਿੱਧੂ ਕੋਲ ਸਰਕਾਰ ਸੀ। ਜਦੋਂ ਪਹਿਲੀ FIR ਦਰਜ ਹੋਈ ਸੀ ਗੁਰੂ ਦੀ ਬੇਅਦਬੀ ਦੀ, ਕਿਹਨੇ ਦਰਜ ਕੀਤੀ ਸੀ? ਉਹ ਇਸੇ ਸੋਤੇ ਨੇ ਕੀਤੀ ਸੀ, ਸਮਝਿਆ? ਤੇ ਕਲੀਨ ਚਿੱਟ ਕਿਹਨੂੰ ਦਿੱਤੀ? ਸੁਖਬੀਰ ਨੂੰ। ਤੇ ਭਾਈ ਮਾਫੀ ਕਿਹਨੇ ਦਿੱਤੀ? ਸੌਦੇ ਸਾਧ ਨੂੰ, ਰੋਟੀ ਬੇਟੀ ਦੀ ਸਾਂਝ ਦੀ। ਹਿੰਦੀ ਦੀ ਚਿੱਠੀ ਪੰਜਾਬੀ 'ਚ ਕਿੱਦਾਂ ਹੋਈ? ਉਹਨੂੰ ਬਾਹ ਮਰੋੜ ਕੇ ਵੋਟਾਂ ਕੌਣ ਲੈਂਦਾ ਰਿਹਾ? ਉਹੀ ਪੰਥ ਕਿਉਂ ਨਾਰਾਜ਼ ਹੋਇਆ? ਕਿਉਂਕਿ ਇਹਨਾਂ ਲੋਕਾਂ ਨੇ ਵੋਟਾਂ ਦੀ ਪੋਲਰਾਈਜੇਸ਼ਨ ਦੀ ਖਾਤਰ ਗੁਰੂ ਦੀ ਬੇਅਦਬੀ ਤੱਕ ਨਹੀਂ ਛੱਡੀ। ਤੇ ਜਿਹੜਾ ਬੰਦਾ, ਜਿਹੜਾ ਸਿਸਟਮ ਗੁਰੂ ਨੂੰ ਇਨਸਾਫ ਨਾ ਦੇ ਸਕਿਆ, ਉਹ ਆਮ ਬੰਦੇ ਨੂੰ ਕੀ ਦੇਗਾ? ਉਹ ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਨੂੰ। ਮੇਰੀ ਗੱਲ ਨੂੰ ਸੁਣੋ, ਮੈਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਇਹ ਦੀਵਾਰਾਂ ਭੰਨ ਕੇ ਭੱਜੇ ਕਿਉਂ ਸੀ? ਫਿਰ ਗੋਹੇ ਦੇ ਪਾਥੇ ਕਿਉਂ ਪਏ ਸੀ? ਫਿਰ ਬਾਦਲ ਦੇ ਜੁੱਤੀ ਕਿਉਂ ਵੱਜੀ ਸੀ? ਫਿਰ ਪਿੰਡਾਂ ਦੇ ਵਿੱਚ ਲੋਕ ਗੋਹੇ ਦੀਆਂ ਪਾਥੀਆਂ ਲੈ ਕੇ ਹੁਣ ਫਿਰ 45 ਸੀਟਾਂ ਤੋਂ 15 ਤੇ ਕਿਉਂ ਆਏ ਸੀ? ਹੈ ਜਵਾਬ? ਉਹ ਵੰਡਾਟਾ ਸੀ ਸਿੱਧੂ ਦਾ, ਉਹ ਲੋਕਾਂ ਨੇ ਸਜ਼ਾ ਦਿੱਤੀ ਸੀ। ਮਤਲਬ ਕਿਹੜੇ ਭਰਮਾਂ 'ਚ ਫਿਰਦੇ ਹੋ ਯਾਰ ਮਿੱਤਰ ਪਿਆਰਿਓ ਤੁਸੀਂ? ਤੁਹਾਨੂੰ ਕਿਤੇ ਪਤਾ ਨਹੀਂ ਹੈ? ਅਗਲਿਆਂ ਨੇ ਭਜਾ ਤੇ, ਅਗਲਿਆਂ ਨੇ 15-14 ਸੀਟਾਂ ਤੇ ਲਿਆਤੇ, ਸਿੱਧੂ ਲੈ ਆਇਆ। ਸਿੱਧੂ ਦੀ ਕਦੇ, ਮੈਂ ਕਹਿੰਦਾ ਅੱਜ ਮੈਂ ਰਾਜਨੀਤੀ 'ਚ ਨਾ ਰਹਾ, ਮੈਂ ਇਹਨਾਂ ਦਾ ਨਾਮ ਵੀ ਨਹੀਂ ਲਊਂ ਕਦੇ। ਮੇਰੀ ਕਿਉਂ ਕਿਹੜਾ ਹੈ? ਮੇਰੀ ਕੋਈ ਕਿੜ ਨਹੀਂ ਹੈ। ਸਿੱਧੂ ਪੰਜਾਬ ਦੀ ਲੜਾਈ ਲੜਦਾ, ਪੰਜਾਬ ਦੀ ਲੜਾਈ ਲੜਦਾ। ਮੇਰੀ ਨਿੱਜੀ ਕਿਸੇ ਨਾਲ ਕੋਈ ਮਫਾਦ ਹੈ ਹੀ ਨਹੀਂ, ਕੋਈ ਲੜਾਈ ਹੈ ਹੀ ਨਹੀਂ। ਮੈਂ ਨਿੱਜੀ ਕਿਸੇ ਬੰਦੇ ਬਾਰੇ ਟਿੱਪਣੀਓ ਨਹੀਂ ਕਰਦਾ।
ਸਿੱਧੂ ਸਾਹਿਬ ਜਿਹੜਾ ਤੁਸੀਂ ਵਿਜ਼ਨ ਬਣਾਇਆ ਸਾਰਾ ਆਪਣਾ ਏਜੰਡਾ, ਮੇਰਾ ਤੁਸੀਂ ਦੇਖੋ ਹਰ ਚੀਜ਼ ਮੈਂ ਆਪਣੇ ਹਲਕੇ ਦੇ ਵਿੱਚ ਵੀ ਜਿੱਥੇ 500 ਬੰਦਿਆਂ ਦਾ ਭਲਾ ਮੈਂ ਉਹ ਕਰਦਾ। ਮੈਂ ਬਦਲੀਆਂ ਵਾਸਤੇ ਫੋਨ ਬਹੁਤ ਘੱਟ ਕਰਦਾ। ਇਹ ਸਮਝੋ ਤੁਸੀਂ ਇਸ ਗੱਲ ਨੂੰ ਕਿ ਨਵਜੋਤ ਸਿੱਧੂ ਕਿੱਥੇ ਖੜਾ ਹੈ। ਸਿੱਧੂ ਸਾਹਿਬ ਨਵਜੋਤ ਸਿੱਧੂ ਦੀ ਕਿਸੇ ਨਾਲ ਕੋਈ ਰੰਜ ਨਹੀਂ ਯਾਰ। ਇਹ ਹੀ ਡਰਦਾ ਰਿਹਾ ਕੈਪਟਨ ਵੀ ਸਿੱਧੂ ਆ ਕੇ ਖਮਣੀ ਮੇਰੇ ਨਾਲ ਇਲੈਕਸ਼ਨ ਲੜੂ। ਪਹਿਲਾ ਮੁਕੱਦਮਾ ਪਵਾਤਾ ਮੇਰੇ ਤੇ, ਉਦੋਂ ਇਹ ਸਰਕਾਰ ਨਹੀਂ ਬਣਾ ਸਕਿਆ, ਫਿਰ ਚੀਕਾਂ ਮਾਰੀ ਗਿਆ। ਮੈਂ ਕਿਉਂ ਕਰੂੰਗਾ ਇਹ ਭਾਈ? ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਚਨ ਦਿੱਤਾ, ਮੈਂ ਮੰਤਰਾਲੇ ਛੱਡੇ, INB ਮਿਨਿਸਟਰੀਆਂ ਛੱਡੀਆਂ, MP ਗਿਰੀ ਛੱਡੀ, ਲੇਕਿਨ ਮੈਂ ਗੁਰੂ ਦਾ ਕੂਕਰ ਬਣ ਕੇ ਰਿਹਾ। ਸਿੱਧੂ ਸਾਹਿਬ ਇੱਕ ਦੱਸੋ, ਤੁਸੀਂ ਜਿਹੜੀ ਗੱਲ ਕਹੇ, ਮੈਂ ਵਚਨ ਦੇ ਉੱਤੇ ਖੜਾ। ਮੈਂ ਕੋਈ ਨਾ ਗੁਟਕਾ ਸਾਹਿਬ ਚੱਕ ਕੇ ਸੌਹਾਂ ਖਾਧੀਆਂ, ਨਾ ਮੈਂ ਵਾਅਦੇ ਕੀਤੇ ਆ, ਤੇ ਮੈਂ ਉਸ ਅੰਮ੍ਰਿਤਸਰ ਈਸਟ ਨੂੰ ਕਦੇ ਨਹੀਂ ਛੱਡੂੰਗਾ। ਉਹ ਕੁਝ ਵੀ ਮੇਰੇ ਨਾਲ ਫੈਸਲਾ ਕਰਦੇ ਹੋ, ਮੈਂ ਉਹਨੂੰ ਰੱਬ ਦੇ ਫੈਸਲੇ ਵਾਂਗ ਮੰਨੂਗਾ। ਮੇਰਾ ਸਵਾਲ ਇਹ ਹੈ ਵੀ ਜਿਹੜਾ ਤੁਸੀਂ ਵਿਜ਼ਨ ਦੱਸਿਆ ਸਾਰਾ, ਜੇ ਮੇਰੇ ਏਜੰਡੇ ਨਾ ਲਏ ਤੇ ਮੈਂ ਨਹੀਂ, ਜੇ ਮੇਰੇ ਏਜੰਡੇ ਦਾ ਸਵਾਲ ਨਹੀਂ ਹੈ। ਦੇਖੋ ਇੱਕ ਬੜੀ ਸਿੰਪਲ ਜੀ ਗੱਲ ਹੈ, ਹਾਈ ਕਮਾਂਡ ਹੈ। ਕੋਈ ਦੇਖੋ ਭਾਈ, ਕੋਈ ਚੀਜ਼ ਮਨਜ਼ੂਰ ਹੋਵੇ ਕੋਈ ਨਾ, ਡੈਮੋਕ੍ਰੈਟਿਕ ਪਾਰਟੀ ਹੈ, ਡੈਮੋਕ੍ਰੇਸੀ ਦੇ ਵਿੱਚ ਕੁਝ ਮੰਨਿਆ ਜਾਂਦਾ ਹੈ, ਕੁਝ ਨਹੀਂ ਮੰਨਿਆ ਜਾਂਦਾ। ਇੱਕ ਕਦਮ ਅੱਗੇ ਰੱਖਣਾ ਪੈਂਦਾ, ਫਿਰ ਇੱਕ ਕਦਮ ਪਿੱਛੇ ਰੱਖਣਾ ਪੈਂਦਾ। ਭਾਈ ਅਸੀਂ TV ਖੇਡਦੇ ਸੀ, TV ਕਰਦੇ ਸੀ, TV ਦੇ ਵਿੱਚ 19 ਦਾ 19.5 ਕਰ ਸਕਦਾ। ਨੋ ਨਿਊਜ਼ ਇਜ਼ ਗੁੱਡ ਨਿਊਜ਼। ਈਵਨ ਕੈਮਰਾਮੈਨ ਨੂੰ ਵੀ ਪਤਾ ਹੈ ਕਿ ਜੇ ਮੈਂ ਠੀਕ ਨਹੀਂ ਰਹੂੰਗਾ ਅਗਲੇ ਦਿਨ ਮੈਂ ਹਾਂ ਨਹੀਂ, ਠੀਕ ਹੈ। ਇਸੇ ਤਰ੍ਹਾਂ ਟੈਲੀਵਿਜ਼ਨ ਦੀ ਤਰ੍ਹਾਂ ਹੀ ਕ੍ਰਿਕਟ ਹੈ। ਤੁਸੀਂ 4 ਗੇਂਦਾਂ ਤੁਹਾਡੇ ਡੰਡੇ ਤੇ ਵੱਜੀਆਂ ਬਾਹਰੋਂ, ਸਾਰਾ 120 ਕਰੋੜ ਲੋਕ ਦੇਖ ਰਹੇ। ਇੱਥੇ 5 ਨੂੰ 500 ਕਰ ਦਿਓ ਤੇ 5000 ਨੂੰ 0 ਕਰ ਦਿਓ, ਕੌਣ ਪੁੱਛਦਾ? ਆਕਾ ਹੋਣਾ ਚਾਹੀਦਾ। ਸੋ ਇਸ ਕਰਕੇ ਇਹ ਸਿਸਟਮ ਦੀ ਜਿਹੜੀ ਚੁਣੌਤੀ ਹੈ ਇਹ ਬਹੁਤ ਵੱਡੀ ਹੈ। ਸਿੱਧੂ ਸਿਸਟਮ ਨਾਲ ਲੜਾਈ ਲੜਦਾ, ਓਛੀ ਟੁੱਚੀ ਲੜਾਈ ਨਹੀਂ ਲੜਦਾ। ਭਾਈ ਇੱਕ ਡੱਡੂ ਖੂਹ 'ਚ ਵੱਡਾ ਹੋ ਗਿਆ, ਮੋਟਾ ਤਾਜ਼ਾ, ਐਡਾ ਮੋਟਾ, ਹਾਂਜੀ, ਸਮੁੰਦਰੀ ਡੱਡੂ ਡਿੱਗਿਆ ਉਹਦੇ 'ਚ। ਉਹ ਕਹਿੰਦਾ ਕਿੱਥੋਂ ਆਇਆ ਓਏ ਤੂੰ? ਕਹਿੰਦਾ ਮੈਂ ਸਮੁੰਦਰੋਂ ਆਇਆ। ਉਹਨੇ ਛਾਲ ਮਾਰੀ ਇੱਕ ਕੋਨੇ ਤੋਂ ਦੂਜੇ ਕੋਨੇ। ਕਹਿੰਦਾ ਤੇਰਾ ਸਮੁੰਦਰ ਐਡਾ ਵੱਡਾ ਹੈ? ਉਹ ਕਹਿੰਦਾ ਯਾਰ ਮੈਂ ਹੁਣ ਤੈਨੂੰ ਕਿੱਥੋਂ ਦੱਸਾਂ ਵੀ ਮੈਂ ਸਮੁੰਦਰ ਕਿੱਡਾ ਕੁ ਵੱਡਾ ਹੈ ਕਿੱਡਾ ਨਹੀਂ ਹੈ। ਫਿਰ ਛਾਲ ਮਾਰੀ ਇੱਥੋਂ ਠਾਂ ਕਰਕੇ ਉੱਧਰ। ਕਹਿੰਦਾ ਤੇਰਾ ਐਡਾ ਵੱਡਾ ਹੋ ਹੀ ਨਹੀਂ ਸਕਦਾ। ਹੁਣ ਦੱਸੋ, ਮੈਂ ਗੱਲ ਕਰਦਾ ਸਮੁੰਦਰ ਦੀ ਤੇ ਕੋਈ ਛੱਪੜਾਂ ਦੀ ਗੱਲ ਕਰੇ ਤੇ ਕੋਈ ਖੂਹਾਂ ਦੀ ਗੱਲ ਕਰੇ ਤੇ ਮੈਂ ਉਹਨੂੰ ਕੀ ਜਵਾਬ ਦੇਵਾਂ? ਦੱਸੋ। ਮੈਂ ਮਹਾਰਾਜ, ਮੈਂ ਗੱਲ ਵੱਡੀ ਕਰਦਾ, ਪੰਜਾਬ ਦੇ ਸਿਰਜਣ ਦੀ ਗੱਲ ਕਰਦਾ, ਪੰਜਾਬ ਦੀ ਨੁਹਾਰ ਬਦਲਣ ਦੀ ਗੱਲ ਕਰਦਾ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲਣ ਦੀ ਗੱਲ ਕਰਦਾ। ਜਦੋਂ ਕੋਈ ਮੈਂ ਨੀਤੀ ਬਣਾਉਣਾ, ਅੱਖ ਬੰਦ ਕਰਕੇ ਸੋਚਦਾ ਕਿ ਅਖੀਰ 'ਚ ਕਤਾਰ ਦੇ ਵਿੱਚ ਖੜੇ ਗਰੀਬ ਨੂੰ ਕੀ ਫਾਇਦਾ ਹੋਏਗਾ। ਇੱਥੇ ਸੋਚਦੇ ਆ ਵੀ ਜਿਹੜਾ ਅੱਗੇ ਖੜਦਾ ਸੂਟ ਬੂਟ ਪਾ ਕੇ ਉਸ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਮੰਤਰੀ ਦੇ ਮੁੰਡੇ ਨੂੰ ਹੀ ਚੇਅਰਮੈਨ ਨਹੀਂ ਮਿਲਣੀ ਚਾਹੀਦੀ ਹੈ। ਮੈਂ ਕਹਿੰਦਾ ਵਰਕਰ ਨੂੰ ਦਿਓ। 4,500 ਵਰਕਰ ਹੈ, 4,500 ਚੇਅਰਮੈਨ ਦਿਓ ਵਰਕਰ ਨੂੰ, ਅੱਜ ਹੀ ਜਿੱਤ ਜਾਊਂਗੇ। ਕਿਉਂ ਬਈ? ਡਾਂਗਾ ਖਾਵੇ 10 ਸਾਲ, ਫਿਰ ਰਬੜੀ ਤੁਸੀਂ ਖਾ ਕੇ ਫਿਰ ਤੁਸੀਂ ਕਹੋ ਜੀ ਐਂ ਹੀ ਬਣੂ। ਐ ਨਹੀਂ ਹੋਊ। ਲੋਕ ਬੀਜ ਦੇਣਗੇ, ਲੋਕ ਠੋਕ ਦੇਣਗੇ। ਤੇ ਲੋਕਾਂ ਨੂੰ ਕਿਉਂ ਬੋਲਦੇ ਹੋ? ਲੋਕ ਰੱਬ ਵਰਗੇ ਨੇ ਭਾਈ। ਮੈਂ ਉਸ ਪਰਮਾਤਮਾ ਦਾ ਸੇਵਕ ਹਾਂ ਜਿਹਨੂੰ ਅਗਿਆਨੀ ਲੋਕ ਮਨੁੱਖ ਕਹਿੰਦੇ ਆ। ਤੁਸੀਂ ਨਹੀਂ ਮੰਨਦੇ, ਨਾ ਮੰਨੋ, ਮੈਨੂੰ ਤਾਂ ਰੱਬ ਉਹਨਾਂ 'ਚ ਹੀ ਦਿਖਦਾ। ਸਿੱਧੂ ਸਾਹਿਬ ਤੁਹਾਡੀ ਮੈਨੀਫੈਸਟੋ ਕਮੇਟੀ ਨਾਲ ਕੋਈ ਮੀਟਿੰਗ ਹੋਈ ਇਹਨਾਂ ਏਜੰਡਿਆਂ? ਅੱਛਾ, ਹੋ ਚੁੱਕੀ। ਬਿਲਕੁਲ, ਮੇਰੀ ਕ੍ਰਿਸ਼ਨਾ ਆਲਾਵੇਰੂ ਨਾਲ ਮੀਟਿੰਗ ਹੋਈ। ਮੈਨੀਫੈਸਟੋ ਕਮੇਟੀ ਵੀ ਬੜੀ ਛੇਤੀ ਅਸੀਂ ਮਿਲ ਰਹੇ ਹਾਂ। ਬਿਲਕੁਲ, ਬਾਜਵਾ ਸਾਹਿਬ ਵੀ ਹੋਣਗੇ ਉਹਦੇ 'ਚ ਹਰੀਸ਼ ਚੌਧਰੀ ਵੀ ਹੋਊਗਾ, ਚੀਫ ਮਿਨਿਸਟਰ ਵੀ ਹੋਊ, ਸਾਰੇ ਹੋਣ। ਹਾਂ, ਸਾਰੇ ਹੋਣ। ਕੋਈ ਇੱਥੇ ਇਕੱਲੇ ਇੱਕ ਬੰਦੇ ਦੀ ਥੋੜ੍ਹਾ ਚੱਲਦੀ ਹੈ। ਟਿਕਟਾਂ ਸਕਰੀਨਿੰਗ ਕਮੇਟੀ ਦੇ ਵਿੱਚ 8 ਬੰਦੇ ਬੈਠੇ ਹੁੰਦੇ, ਫਿਰ ਉੱਪਰ ਹਾਈ ਕਮਾਂਡ ਕੋਲ ਜਾਂਦੀ ਹੈ, ਉੱਥੇ ਵੀ 12 ਬੰਦੇ ਬੈਠੇ ਹੁੰਦੇ ਆ। ਇਹ ਕੋਈ ਮਜ਼ਾਕ ਥੋੜਾ ਨਾ। ਡੈਮੋਕ੍ਰੇਸੀ ਹੈ ਭਾਈ। ਡੈਮੋਕ੍ਰੇਸੀ 'ਚ ਇੰਟਰਨਲ ਡੈਮੋਕ੍ਰੇਸੀ ਵੀ ਹੈ, ਐਕਸਟਰਨਲ ਡੈਮੋਕ੍ਰੇਸੀ। ਇੱਕ ਇੱਦਾਂ ਦੀ ਗੱਲ ਵੀ ਚੱਲ ਰਹੀ ਵੀ ਤੁਸੀਂ ਜਿਹੜੀਆਂ 86 ਦਿੱਤੀਆਂ ਟਿਕਟਾਂ ਦਿੱਤੀਆਂ, ਵੀ ਨਵਜੋਤ ਸਿੱਧੂ ਕਹਿੰਦਾ ਵੀ ਮਾਈਨਿੰਗ ਮਾਫੀਆ, ਸ਼ਰਾਬ ਮਾਫੀਆ ਜਿਹੜਾ ਇਹ ਨਹੀਂ ਆਉਣੇ ਚਾਹੀਦੇ। ਪਰ ਕੁਝ ਇੱਦਾਂ ਦੇ ਵੀ ਉਮੀਦਵਾਰ ਤੁਹਾਡੇ ਕੈਂਡੀਡੇਟ ਨੇ ਜਿਹੜੇ ਇਹ ਕਾਰੋਬਾਰ ਕਰਦੇ ਨੇ। ਵੇਖੋ, ਮੈਂ ਇੱਕ ਗੱਲ ਕਹਿਣਾ, ਪਾਪੀ ਨਹੀਂ ਮਾਰਨਾ, ਪਾਪ ਮਾਰਨਾ। ਉੱਥੇ ਹੀ ਦੇਖੋ ਮੈਂ ਕੀ ਕਹਿਣਾ, ਤੁਸੀਂ ਸਿਸਟਮ ਸੈੱਟ ਕਰੋ ਯਾਰ। ਕਿਸੇ ਨਾਲ ਇੰਡੀਵਿਜੂਅਲ ਦੁਸ਼ਮਣੀ ਹੈ, ਕਿਸੇ ਦਾ ਰੋਜ਼ਗਾਰ ਮਾਰਨਾ ਹੈ। ਰੋਜ਼ਗਾਰ ਕਰਨ 100 ਤਰੀਕੇ ਨੇ। ਤੇਰਾ 200 ਵੇਜ਼ ਟੂ ਬੈਲ ਅ ਕੈਟ। ਸਰਕਾਰ ਕੋਲ ਕਿਸੇ ਨੂੰ ਪੈਸੇ ਕਮਾਉਣ ਦੇਣ ਦੇ ਹਜ਼ਾਰ ਸਾਧਨ ਨੇ। ਜ਼ਰੂਰੀ ਹੈ ਸਟੇਟ ਦਾ ਰਿਸੋਰਸ ਮਾਰਨਾ, ਜ਼ਰੂਰੀ ਹੈ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦੀ ਧੌਣ ਮਰੋੜਨੀ ਹੈ। ਭਾਈ ਸੂਬਾ ਰਹਿਣ ਜੋਗਾ ਹੀ ਨਹੀਂ ਰਹਿਣਾ, ਫਿਰ ਕੀ ਕਰ ਲਓਗੇ? ਤੇ ਜਿਹੜੇ ਬੋਲਦੇ ਆ ਉਹਨਾਂ ਕੋਲ ਕੋਈ ਨੀਤੀ ਹੈ?
ਮੈਂ ਕਹਿੰਦਾ ਮੇਰੇ ਤੋਂ ਬਿਹਤਰ ਨੀਤੀ ਦੇਣ, ਮੈਂ ਉਹਨਾਂ ਦੇ ਮਗਰ ਤੁਰੂ। ਨੀਤੀ ਦਾ ਟਾਈਮ ਕਿੱਥੇ ਹੈ? ਭਾਈ ਲਾਲੋ ਦੇ ਲਈ ਐ ਜ਼ਿਹਨ ਦੇ ਵਿੱਚ ਕਿ ਬਾਬੇ ਨੇ ਕਿਹਾ ਸੀ ਭਾਈ ਲਾਲੋ ਦੀ ਆ ਰੋਟੀ 'ਚੋਂ ਦੁੱਧ ਨਿਕਲਦਾ। ਅੱਜ ਕੱਲ੍ਹ ਜਿਹੜਾ ਲੱਖ ਦਿੰਦਾ 5 ਲੱਖ ਦਿੰਦਾ ਉਹਦੇ ਘਰੇ ਖੜੇ ਮਿਲਦੇ ਆ। ਕਿੱਥੇ ਆ ਜ਼ਮੀਰ? ਤੇ ਮਤਲਬ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਭਾਈ। ਸੇਵਾ ਜਿਹੜੀ ਦੇਸ਼ ਦੀ ਹੈ ਨਾ, ਉਹ ਭਗਤ ਸਿੰਘ ਕਹਿ ਗਿਆ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ। ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਲੱਖ ਮੁਸੀਬਤਾਂ ਚੱਲੀਆਂ। ਮੈਂ ਕਹਿੰਦਾ कौड़ी कौड़ी बिके हुए लोग, जमीर से थके हुए लोग, बरगद की बात करते हैं गुरु, गमलों में उगे हुए लोग। सिद्धू साहब मेरा मतलब पीढ़ी थले सोटा दा मारना। कोई करोड़ च विकदा, कोई 1.5 च विकदा, कोई 7 च विकदा, कोई 5 च विकदा। पीढ़ी बड़ी वड्डी है ना। ते मारन दा सही सोटा ते कहण फिर सिद्धू नूं भी 25 पैसे रवादार है सिद्धू। रखिए किसी ने नैतिकता है? किसी को मॉरल अथॉरिटी ਜਿਹਦੇ ਕੋਲ ਹੋਊਗੀ ਸਿੱਧੂ ਉਹਦੇ ਪੈਰ ਧੋ ਕੇ ਪੀਣ ਨੂੰ। ਸਾਨੂੰ ਡਰ ਇਹ ਲੱਗ ਰਿਹਾ ਵੀ ਤੁਹਾਡੇ ਤੋਂ ਡਰ ਲੱਗ। ਮੈਂ ਕਹਿੰਦਾ ਯਾਰ, ਮੈਂ ਕਹਿੰਦਾ ਨਾ ਮੈਂ ਆਪਣੇ ਦੇਖਾਂ ਨਾ ਮੈਂ ਪਰਾਏ ਦੇਖਾਂ, ਮੈਂ ਤਾਂ ਪੰਜਾਬ ਦੇਖਦਾ। ਤੇ ਪੰਜਾਬ ਆਪਣੇ ਤੇ ਪਰਾਇਆਂ ਤੇ ਮੁਹਤਾਜ ਨਹੀਂ ਹੈ। ਹਾਈ ਕਮਾਂਡ ਤੱਕ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਉਣੀ ਹੈ। ਇਸ ਗੱਲ ਨੂੰ ਕਿਉਂ ਭੁੱਲਦੇ ਹੋ? ਕੋਈ ਰਾਈ ਦਾ ਪਰਬਤ ਬਣਾਉਂਦਾ ਰਹੇ। ਜੇ ਉਹ ਐਮਐਲਏ ਬਣਾਉਣਗੇ ਸਰਕਾਰ ਬਣੂਗੀ, ਤੇ ਜੇ ਨਹੀਂ ਬਣਾਉਣਗੇ ਬੀਜ ਦੇਣਗੇ ਔਰ ਤੁਸੀਂ ਨੀਤੀ ਨਹੀਂ ਦਿਓਗੇ, ਭਾਵੇਂ ਉਹ ਸਿੱਧੂ ਦਵੇ ਭਾਵੇਂ ਕੋਈ ਹੋਰ ਦਵੇ, ਤੇ ਠੋਕ ਦੇਣਗੇ। ਦੁੱਧ ਦਾ ਜਲਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਜਨਾਬ, ਸਮਝਦੇ ਹੋ? ਲੋਕ ਠੱਗੇ ਮਹਿਸੂਸ ਕਰਦੇ ਆ। ਲੋਕ ਕਹਿੰਦੇ ਯਾਰ ਤੁਸੀਂ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰ ਗਏ, ਬਾਂਸ ਦੀ ਤਰ੍ਹਾਂ ਉੱਚੇ ਲੰਮੇ, ਅੰਦਰੋਂ ਖੋਖਲੇ ਸੀ। ਤੇ ਮੈਂ ਕਹਿੰਦਾ ਪੰਜਾਬ ਮਾਡਲ ਜਿਹੜਾ ਹੋਵੇ ਉਹ ਸਾਰੇ ਪੰਜਾਬ ਦੇ ਵਰਕਰ ਦਾ ਹੋਵੇ, ਪੰਜਾਬ ਦੇ ਲੋਕਾਂ ਦਾ ਹੋਵੇ, ਪੰਜਾਬ ਦੇ ਹਰੇਕ ਬੰਦੇ ਦਾ ਜਿਹੜਾ ਸੱਤਾ ਮਾਣਦਾ ਹੋਵੇ, ਗੰਨੇ ਵਾਂਗ ਹੋਵੇ। ਸਭ ਹਾਈ ਕਮਾਂਡ ਤੇ ਬਾਹਰੋਂ ਮਿੱਠਾ ਹੋਵੇ। ਸਿੱਧੂ ਸਾਹਿਬ ਇੱਕ ਲੋਕ ਜਿਹੜੇ ਨੇ, ਤੁਹਾਡੀ ਸਰਕਾਰ ਹੋਵੇ, ਅਕਾਲੀਆਂ ਦੀ ਸਰਕਾਰ ਹੋਵੇ, ਲੋਕਾਂ ਨੂੰ ਮੁਫਤ ਖੋਰੀ ਦੀ ਆਦਤ ਪਾਤੀ ਹੈ ਵੀ ਘਰ ਬੈਠਿਆਂ ਦਾਲ ਆਟਾ ਮਿਲ ਜਾਂਦਾ। ਸੁਣੋ ਹੁਣ ਉਹਨਾਂ ਨੂੰ ਨਵਜੋਤ ਸਿੱਧੂ ਦਾ ਇਹ ਵਿਜ਼ਨ ਜਿਹੜਾ ਹੈ ਉਹਦੀ ਸਮਝ ਆਉਂਦੀ ਹੈ? ਨਵਜੋਤ ਸਿੰਘ ਸਿੱਧੂ ਨੇ ਕਦ ਕਿਹਾ ਕਿ ਸਬਸਿਡੀ ਖੋਲਣੀ? ਨਵਜੋਤ ਸਿੰਘ ਸਿੱਧੂ ਕਹਿੰਦਾ 14,000 ਕਰੋੜ ਦੀ ਅਸੀਂ ਸਬਸਿਡੀ ਦਿੰਦੇ ਹਾਂ ਭਾਈ, ਬਿਜਲੀ ਦੇ ਉੱਤੇ ਦਿੰਦੇ ਹਾਂ। ਨਵਜੋਤ ਸਿੰਘ ਸਿੱਧੂ ਕਹਿੰਦਾ ਭਾਈ ਜਿਹੜੀ ਸਕਾਲਰਸ਼ਿਪ ਹੈ ਦਲਿਤ ਵੀਰਾਂ ਨੂੰ ਉਹ ਮਿਲਣੀ ਚਾਹੀਦੀ ਹੈ, ਬਾਲਿਆਂ ਵਾਲੀ ਗੱਲ ਮਿਲਣੀ ਚਾਹੀਦੀ ਹੈ। ਕੁੜੀਆਂ ਨੂੰ 5,000 10,000 ਜਿਹੜੀਆਂ ਉਹ ਨੇ ਉਹ ਕਿਸ ਤਰ੍ਹਾਂ ਦੇ ਰਿਹਾ? ਉਹ ਮਾਫੀਆ ਦੀ ਜੇਬ ਚੋਂ 50,000 ਕਰੋੜ ਰੁਪਈਆ ਕੱਢ ਕੇ ਡਬਲ ਕਰਕੇ ਤੁਸੀਂ 10,000 ਕਰੋੜ ਅੱਧੀ ਆਬਾਦੀ ਨੂੰ ਪੂਰਾ ਹੱਕ ਦੇ ਰਹੇ ਹੋ, ਉਹਦੀ ਐਜੂਕੇਸ਼ਨ ਨੂੰ ਇਨਸੈਂਟੀਵਾਈਜ਼ ਕਰ ਰਹੇ ਹੋ, ਉਹਨੂੰ ਇਕਨੋਮੀ ਦਾ ਹਿੱਸੇਦਾਰ ਬਣਾ ਰਹੇ ਹੋ। ਵੋਟਾਂ ਲੈਣ ਖਾਤਰ 18 ਸਾਲ ਦੀ ਕੁੜੀ ਨੂੰ ਥੋੜ੍ਹਾ ਦੇ ਰਹੇ ਹੋ, ਹਾਂਜੀ? ਤੁਸੀਂ 5 ਸਾਲ ਦੀ ਨੂੰ ਵੀ ਦੇ ਰਹੇ ਹੋ, 10 ਸਾਲ ਦੀ ਨੂੰ ਵੀ ਦੇ ਰਹੇ ਹੋ। ਜਿਹੜੀ ਚੂਲਾ ਫੂਕਦੀ ਹੈ ਘਰ, ਜਿਹਦੇ ਕੋਲ ਪੈਸੇ ਨਹੀਂ ਗਏ, ਜਿਹੜੀ ਨੌਕਰੀ ਨਹੀਂ ਕਰਦੀ, ਤੁਸੀਂ ਉਸ ਚੁਣੀ ਹੋਈ ਗ੍ਰਹਿਣੀ ਨੂੰ ਸਨਮਾਨ ਦੇ ਰਹੇ ਹੋ। ਤੁਸੀਂ ਖੇਤ ਮਜ਼ਦੂਰ 5 ਏਕੜ ਤੋਂ ਥੱਲੇ ਜਿਹੜਾ ਮਿੱਟੀ ਨਾਲ ਮਿੱਟੀ ਹੁੰਦਾ ਉਹਨੂੰ ਸਨਮਾਨ ਭੱਤਾ ਦੇ ਰਹੇ ਹੋ। ਤੁਹਾਡੇ ਆਪਦੇ ਪੈਸੇ ਲੱਗਦੇ ਨਹੀਂ, ਡਿਮਾਂਡ ਡਰਿਵਨ ਹੈ, ਮਨਰੇਗਾ ਹੈ। ਤੁਸੀਂ ਖੇਤ ਮਜ਼ਦੂਰ ਨੂੰ ਵੀ, ਖੇਤ ਦੇ ਵਿੱਚ ਗ੍ਰਹਿਣੀ ਜਿਹੜੀ 33% ਜਾਂਦੀ ਹੈ, ਟੋਕਾ ਵੀ ਕਰਦੀ ਹੈ, ਤੁਸੀਂ ਉਹਨੂੰ 400 ਰੁਪਏ ਦਿੰਦੇ ਦੇ ਰਹੇ ਹੋ। ਭਾਈ ਲੱਗਦਾ ਕੀ ਹੈ? ਨੀਤੀ ਤੇ ਬਣਾਓ। ਸਿੱਧੂ ਸਾਹਿਬ ਤੁਹਾਨੂੰ ਹਾਈ ਕਮਾਂਡ ਤੇ ਕਿੰਨਾ ਭਰੋਸਾ ਹੈ, ਕਿੰਨਾ ਵਿਸ਼ਵਾਸ ਹੈ ਕਿ ਤੁਹਾਡੇ ਮਾਡਲ ਦੇ ਉੱਪਰ ਹਾਈ ਕਮਾਂਡ ਮੋਹਰ ਲਾ ਦੂਗੀ? ਦੇਖੋ ਇਹ ਪਾਰਟੀ 70 ਸਾਲ ਹਾਈ ਕਮਾਂਡ ਨੇ ਚਲਾਈ ਹੈ। ਇਸ ਦੇਸ਼ ਨੂੰ ਆਜ਼ਾਦੀ ਹਾਈ ਕਮਾਂਡ ਨੇ ਦਵਾਈ ਹੈ। ਇਸ ਦੇਸ਼ ਦੇ ਵਿੱਚ ਸਰਦਾਰ ਪਟੇਲ, ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ, ਲਾਲ ਬਹਾਦੁਰ ਸ਼ਾਸਤਰੀ ਵਰਗੇ ਲੋਕ ਆਏ ਹੀ ਨਹੀਂ ਹਾਲ ਤੱਕ। ਉਹ ਇੱਕ ਲੈਜੈਂਡ ਨੇ, ਉਹ ਛਾਪ ਛੱਡ ਕੇ ਗਏ ਨੇ ਕਿ ਅੱਜ ਸੰਸਥਾ ਸਰੂਪ ਬਣ ਕੇ ਰਹੇ ਨੇ। ਇਸ ਦੇਸ਼ ਦੇ ਵਿੱਚ ਕਨਸਟੀਟਿਊਸ਼ਨ ਦੇਣ ਵਾਲੀ ਪਾਰਟੀ ਹੈ ਇਹ। ਅੰਬੇਡਕਰ ਸਾਹਿਬ ਨੂੰ ਗਾਂਧੀ ਜੀ ਨੇ ਅੱਗੇ ਲਿਆ ਕੇ ਜਦੋਂ ਖੜਾ ਕੀਤਾ ਸੀ ਨਾ, ਤੇ ਉਹਨਾਂ ਨੇ ਜਿਹੜਾ ਸੰਵਿਧਾਨ ਰਚਿਆ ਹੈ, ਇਹਦਾ ਕੋਈ ਜਵਾਬ ਨਹੀਂ ਹੈ। ਉਸ ਸੰਵਿਧਾਨ ਦੇ ਪੂਰਨਿਆਂ ਦੇ ਉੱਤੇ ਤੁਰਨ ਵਾਲੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਦੇਖਦਾ ਹੈ, ਔਰ ਕਾਂਗਰਸ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ। ਉਹਨਾਂ ਨੂੰ ਇੰਨਾ ਤਾਂ ਪਤਾ ਹੈ ਕਿ ਉਹਨਾਂ ਨੇ ਕੀ ਕਰਨਾ। ਫਿਰ ਹਰੇਕ ਦਾ ਬੌਸ ਹੈ ਕੋਈ, ਬੌਸ ਇਜ਼ ਆਲਵੇਜ਼ ਰਾਈਟ। ਤਾਂ ਮੈਂ ਕਿਹਾ ਨਾ ਕਿ ਭਾਈ ਇੱਥੇ ਸਿਆਸਤ ਦੇ ਵਿੱਚ ਹਾਈ ਕਮਾਂਡ ਦੀ ਕਮਾਂਡ ਹੈ। ਤੁਸੀਂ ਉਸ ਕਮਾਂਡ ਨੂੰ ਹੀ ਨਹੀਂ ਮੰਨੋਗੇ, ਤੁਹਾਡੀ ਕੌਣ ਮੰਨੂ? ਸਿੱਧੂ ਸਾਹਿਬ ਹੋ ਸਕਦਾ ਹੈ ਕਿ ਮੇਰੀ ਗੱਲ ਨਾ ਮੰਨੀ ਜਾਵੇ, ਤੇ ਫਿਰ ਠੀਕ ਹੈ। ਜੇ ਏਜੰਡਾ ਨਹੀਂ ਹੋਏਗਾ, ਤੁਹਾਨੂੰ ਲੱਗਦਾ ਹੈ ਕਿ ਹਾਈ ਕਮਾਂਡ ਇੰਨੀ ਸੋਝੀ ਵਾਲੀ ਕਿਸੇ ਬੰਦੇ ਨੂੰ ਇਹ ਕਹੇਗੀ ਵੀ ਵਿਜ਼ਨ ਨਾ ਦੇ? ਤੁਹਾਨੂੰ ਲੱਗਦਾ ਹੈ ਕਿ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਔਰ ਮੈਡਮ ਇੰਨੇ ਸਿਆਣੇ ਨੇ, ਉਹ ਕਹਿਣਗੇ
ਵੀ ਵਿਜ਼ਨ ਨਹੀਂ ਹੋਣੀ ਚਾਹੀਦੀ, ਇੱਕ ਰੋਡ ਮੈਪ ਨਹੀਂ ਹੋਣਾ ਚਾਹੀਦਾ। ਇਹ ਉਹਨਾਂ ਦੇ ਕਹਿਣ ਤੇ ਹੀ ਹੈ ਸਾਰਾ ਕੁਝ। ਇਸ ਕਰਕੇ ਇਸ ਗੱਲ ਨੂੰ ਸਮਝੀਏ। ਲੇਕਿਨ ਅਖੀਰ ਦੇ ਵਿੱਚ ਤਾਕਤ ਹਾਈ ਕਮਾਂਡ ਤੋਂ ਵੀ ਵੱਧ ਪੰਜਾਬ ਦੇ ਲੋਕਾਂ ਕੋਲ ਹੈ। ਜੇ ਉਹ ਸਰਕਾਰ ਬਣਾਉਣਗੇ ਤੇ ਤਾਂ ਹੀ ਕੁਝ ਇੰਪਲੀਮੈਂਟ ਹੋਏਗਾ। ਇਹ ਐਵੇਂ ਹਵਾਈ ਗੱਲਾਂ, ਇਹਨੂੰ ਕਰ ਦਿਓ ਜੀ, ਉਹਨੂੰ ਕਰ ਦਿਓ ਜੀ। ਉਹ ਭਾਈ ਤੁਸੀਂ ਪਹਿਲਾਂ ਇਹ ਤਾਂ ਦੱਸੋ ਪੰਜਾਬ ਕੱਢੋਗੇ ਕਿਵੇਂ? ਇਹ ਤਾਂ ਦੱਸੋ। ਆਖੇ ਜੀ ਐਮਐਲਏ ਮੈਂ ਬਣਾਉਣਾ ਨਹੀਂ ਤੇ ਸਰਕਾਰ ਮੈਂ ਬਣਾਉਣੀ ਹੈ, ਇਹ ਨਹੀਂ ਹੋਣਾ। ਆਖੇ ਜੀ ਮੈਂ ਏਜੰਡਾ ਮੈਂ ਦੇਣਾ ਨਹੀਂ ਤੇ ਪੰਜਾਬ ਮੈਂ ਸਵਾਰ ਦੇਣਾ। ਚੱਲੂਗਾ ਇਦਾਂ ਹੀ, ਐਂ ਹੀ ਰੇਤ ਮਾਫੀਆ ਚੱਲੂਗਾ ਤੇ ਐਂ ਹੀ ਸ਼ਰਾਬ ਮਾਫੀਆ ਚੱਲੂਗਾ ਤੇ ਐਂ ਹੀ ਅੱਗੇ ਦੀ ਸਰਕਾਰ ਚਲਾਉਂਗੇ। ਬਤਾਓ ਨਹੀਂ ਚੱਲਦੀ, ਨਾ ਲੋਕ ਚਲਾਉਣ ਦੇਣ, ਚਲਾ ਕੇ ਦਿਖਾਓ। ਚਲੋ ਸਿੱਧੂ ਸਾਹਿਬ, ਥੋੜਾ ਜਿਹਾ ਡਿਬੇਟ ਨੂੰ ਨੇੜੇ ਲਾਈਏ। ਤੁਸੀਂ ਬੜਾ ਖੁੱਲਾ ਸਮਾਂ ਦਿੱਤਾ। ਇੱਕ ਤੁਹਾਡੇ ਮੂੰਹ 'ਚ ਸ਼ਬਦ ਆਇਆ ਸਕਾਲਰਸ਼ਿਪ ਜੀ, ਹਾਂ, ਪੋਸਟ ਮੈਟ੍ਰਿਕ। ਉਹਦੇ 'ਚ ਇੱਕ ਘਪਲਾ ਹੋਇਆ ਸੀ ਔਰ ਇੱਕ ਮੰਤਰੀ ਦਾ ਨਾਂ ਸੀ ਔਰ ਉਹਨੂੰ ਫਿਰ ਟਿਕਟ ਦੇ ਦਿੱਤੀ। ਉਹ ਫਿਰ ਤੁਹਾਡੀ ਗਲਤਫਹਿਮੀ ਹੈ। ਜਦੋਂ ਇਹ ਘਪਲਾ ਹੋਇਆ ਹੈ ਉਹ 2014-15 ਚ ਹੋਇਆ ਮਹਾਰਾਜ। ਉਦੋਂ ਹੀ ਇਹ ਕਾਲਜ ਬਣਾਏ ਗਏ ਜਿਨ੍ਹਾਂ ਦੇ ਵਿੱਚ ਕੋਈ ਸਟੂਡੈਂਟਾਂ ਦੇ ਨਾਂ ਨਹੀਂ ਸੀ। ਕਾਲਜ ਵੀ ਫਿਕਟੀਸ਼ੀਅਸ ਸੀ, ਰਜਿਸਟ੍ਰੇਸ਼ਨਾਂ ਵੀ ਫਿਕਟੀਸ਼ੀਅਸ ਸੀ। ਭਾਈ ਕੈਪਟਨ ਅਮਰਿੰਦਰ ਸਿੰਘ ਨੇ ਕਿਉਂ ਨਹੀਂ ਉਹਦਾ ਉਹ ਕੀਤਾ? ਤੁਹਾਨੂੰ ਇਸ ਗੱਲ ਦਾ ਇਲਮ ਹੈ? ਕਿਉਂ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਭਾਈ ਉਸ ਸਕੈਂਡਲ ਦਾ ਨਿਰੀਖਣ ਕੀਤਾ? ਕਿਉਂ ਨਹੀਂ ਸਕੈਂਡਲ ਸਾਹਮਣੇ ਲਿਆ ਕੇ ਖੜਾ ਕੀਤਾ? ਉਦੋਂ ਬਾਅਦ ਬੀਜੇਪੀ ਨੇ 3 ਸਾਲ ਦਿੱਤਾ ਨਹੀਂ, ਠੀਕ ਹੈ। ਤੇ ਜੇ 1 ਸਾਲ ਸਾਡੇ ਬੰਦੇ ਨੇ ਕੋਈ ਗਲਤੀ ਕੀਤੀ ਹੈ, ਦੱਸੋ, ਪ੍ਰੂਫ ਦਿਓ। ਭਾਈ ਸਵਾਲ ਇਹ ਹੈ ਕਿ 3 ਸਾਲ ਮੈਂ ਕਹਿੰਦਾ ਬਿਲਕੁਲ ਨਹੀਂ ਕਲੀਨ ਚਿੱਟ ਦਿੰਦਾ। ਮੇਰੇ ਮੂੰਹ 'ਚ ਸ਼ਬਦ ਹੀ ਨਾ ਪਾਓ। ਮੈਂ ਕਹਿੰਦਾ ਲੈਟ ਦੀ ਲਾਅ ਟੇਕ ਇਟਸ ਓਨ ਕੋਰਸ। ਜਿਹੜਾ ਗਿਲਟੀ ਹੈ ਪਨਿਸ਼ ਕਰੋ, ਕਿਸੇ ਪਾਰਟੀ ਦਾ ਹੋਵੇ। ਮੈਂ ਕਹਿੰਦਾ ਅਕਾਲੀ ਦਲ ਨੇ ਸ਼ੁਰੂ ਕੀਤਾ, ਠੋਕੋ। ਜਿਸ ਬੰਦੇ ਨੇ ਮਾੜੀ ਜੀ ਵੀ ਚੋਰੀ ਕੀਤੀ ਹੈ, ਦਲਿਤ ਬੱਚਿਆਂ ਦੀ ਸਕਾਲਰਸ਼ਿਪ ਖੋਲੀ, ਉਹਦੀ ਐਜੂਕੇਸ਼ਨ ਦਾ ਅਧਿਕਾਰ ਖੋਲਿਆ, ਠੋਕੋ। ਇਹ ਨਹੀਂ ਮੈਂ ਕਦੇ ਵੀ ਜਸਟੀਫਾਈ ਕਰਦਾ, ਮੈਂ ਚੋਰੀ ਕਦੇ ਜਸਟੀਫਾਈ ਕਰ ਨਹੀਂ ਦਿੰਦਾ ਕਦੇ। ਲੇਕਿਨ ਮੈਂ ਇਹ ਵੀ ਕਹਿਣਾ ਕਿ ਵੇਅਰ ਇਜ਼ ਜਸਟਿਸ? ਜਿਸ ਸਿਸਟਮ ਨੇ ਗੁਰੂ ਨੂੰ ਜਸਟਿਸ ਨਹੀਂ ਦਿੱਤਾ, ਉਹ ਆਮ ਬੰਦੇ ਨੂੰ ਕੀ ਦਊ? ਜਿਸ ਸਿਸਟਮ ਨੇ ਮਾਵਾਂ ਦੇ ਪੁੱਤਾਂ ਦੇ ਸਿਵਿਆਂ ਦੀ ਅੱਗ ਉਹਨਾਂ ਦੇ ਦਿਲ ਦੇ ਵਿੱਚ ਧੜਕਦੀ ਦੇ ਉੱਤੇ ਠੰਡ ਨਹੀਂ ਪਾਈ, ਕੀ ਉਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਜਾਂ ਨਹੀਂ? ਬੋਲੋ, ਦੱਸੋ ਪੰਜਾਬੀਓ, ਕੀ ਉਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਕਿ ਨਹੀਂ? ਸਿੱਧੂ ਉਸ ਸਿਸਟਮ ਨੂੰ ਬਦਲਣ ਨੂੰ ਫਿਰਦਾ। ਸੋ ਤੁਸੀਂ ਨਵਜੋਤ ਸਿੱਧੂ ਹੋਣਾ ਨੂੰ ਸੁਣਿਆ ਬਹੁਤ ਵਾਰੀ, ਪਹਿਲਾਂ ਵੀ ਤੁਸੀਂ ਉਹਨਾਂ ਨੂੰ ਸੁਣਿਆ। ਨਵਜੋਤ ਸਿੱਧੂ ਦਾ ਕਹਿਣਾ ਵੀ ਮੁੱਖ ਮੰਤਰੀ ਕੋਈ ਪਾਰਟੀ, ਕੋਈ ਸ਼ਖਸੀਅਤ ਵੱਡੀ ਨਹੀਂ, ਵੱਡਾ ਮੇਰਾ ਪੰਜਾਬ ਹੈ। ਪਰ ਜਦੋਂ ਉਹ ਮੇਰਾ ਪੰਜਾਬ ਦੀ ਗੱਲ ਕਰਦੇ ਨੇ ਤੇ ਸ਼ਾਇਦ ਇੱਦਾਂ ਨਜ਼ਰ ਆਉਂਦਾ ਵੀ ਕੁਝ ਆਪਣੇ ਵੀ ਉਹਨਾਂ ਦੇ ਸ਼ਾਇਦ ਉਹਨਾਂ ਤੋਂ ਡਰਦੇ ਨੇ। ਉਹਦੇ ਡਰਨ ਦਾ ਕੀ ਕਾਰਨ ਹੈ ਸਾਰਾ ਪੰਜਾਬ ਜਾਣਦਾ ਹੋਊਗਾ। ਪਰ ਨਵਜੋਤ ਸਿੱਧੂ ਦਾ ਕਹਿਣਾ ਵੀ ਉਹ ਪੰਜਾਬ ਦਾ ਮਾਡਲ ਲੈ ਕੇ, ਪੰਜਾਬ ਦੀ ਆਵਾਜ਼ ਨੂੰ ਲੈ ਕੇ 2022 ਦੇ ਚੋਣ ਅਖਾੜੇ ਵਿੱਚ ਨਿਤਰੇਗਾ ਔਰ ਹਾਈ ਕਮਾਂਡ ਨੂੰ ਵੀ ਇਹੀ ਅਪੀਲ ਕਰੇਗਾ ਕਿ ਵਿਜ਼ਨ ਤੋਂ ਬਿਨਾਂ ਇਸ ਵਾਰ ਪੰਜਾਬ ਵਿੱਚ ਨਾ ਜਾਇਆ ਜਾਵੇ। ਸੋ ਦੇਖਦੇ ਹਾਂ 2022 ਦੇ ਚੋਣ ਅਖਾੜੇ ਵਿੱਚ ਨਵਜੋਤ ਸਿੱਧੂ ਦੀ ਆਵਾਜ਼ ਪੰਜਾਬ ਦੇ ਲੋਕ ਕਿੱਥੋਂ ਤੱਕ ਬੁਲੰਦ ਕਰਦੇ ਨੇ। ਅੱਜ ਲਈ ਇੰਨਾ ਹੀ। ਦੁਬਾਰਾ ਫਿਰ ਇਹੋ ਜਿਹੇ ਮੁੱਦੇ ਲੈ ਕੇ ਤੁਹਾਡੇ ਸਨਮੁਖ ਹੋਵਾਂਗੇ। ਮੇਰੇ ਵੀਰੋ ਬਹੁਤ ਵਧੀਆ ਬੋਲੇ। ਸਿੱਧੂ ਦੀ ਨਾ ਕੋਈ ਔਕਾਤ ਹੈ, ਸਿੱਧੂ ਤੇ ਜ਼ਰਾ ਹੈ। ਮੈਂ ਮਿੱਟੀ, ਮੇਰੀ ਜ਼ਾਤ ਵੀ ਮਿੱਟੀ ਤੇ ਮੇਰਾ ਬਾਬਲ ਮਿੱਟੀ ਖਾਣਾ। ਮਾਂ ਮੇਰੀ ਨੇ ਮਿੱਟੀ ਜੰਮੀ, ਨਾ ਰੱਖਿਆ ਮਰ ਜਾਣਾ। ਸਵਾਲ ਇੰਨਾ ਹੀ ਹੈ ਕਿ ਬਿਹਾਲ ਪੰਜਾਬ ਨੂੰ ਖੁਸ਼ਹਾਲ ਕੌਣ ਕਰੂ? ਪੁੱਠੀ ਰਾਹ ਤੇ ਤੁਰਿਆਂ ਨੂੰ ਸਿੱਧੀ ਰਾਹ ਕੌਣ ਪਾਊ? ਏਜੰਡਾ ਕੌਣ ਦਊ? ਮੇਰੇ ਤੋਂ ਬਿਹਤਰ ਦਵੇ, ਮੈਂ ਉਹਦੇ ਮਗਰ ਤੁਰਨ ਨੂੰ ਤਿਆਰ। ਲੇਕਿਨ ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ, ਇਹਨੂੰ ਖੜਾ ਕਰਨ ਦੇ ਲਈ ਸਾਡੇ ਕੋਲ ਕੀ ਪਲਾਨ ਹੈ, ਸਾਡੇ ਕੋਲ ਕੀ ਰੋਡ ਮੈਪ ਹੈ? ਪੰਜਾਬ ਨੂੰ ਵੋਟਾਂ ਪਾ ਦਿਓ। ਕਿਸੇ ਮਨੁੱਖ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ, ਪੰਜਾਬ ਨੂੰ ਵੋਟਾਂ ਪਾ ਦਿਓ, ਤੁਹਾਡੇ ਫੈਸਲੇ ਸਹੀ ਹੋਣਗੇ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ ਸਰ, ਬਹੁਤ ਮਿਹਰਬਾਨੀ। ਥੈਂਕ ਯੂ ਸਰ ਸਾਹਿਬ। ਵੈਲਕਮ।